ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬਲਜਿੰਦਰ ਸਿੰਘ ਉਰਫ ਮਿੰਟੂ ਗੁਰੂ ਸਰੀਆ ਜੀ ਸਾਡੇ ਨਾਲ ਹਾਜ਼ਰ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਮਿੰਟੂ ਜੀ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ? ਹਾਂਜੀ ਹਾਂਜੀ। ਤੁਹਾਡੇ ਵਾਲੇ ਪਾਸੇ ਮੀਂਹ ਪੈ ਗਿਆ ਕਿ ਨਹੀਂ? ਨਹੀਂ, ਸਾਡੇ ਸ਼ਰਾਟੇ ਜੀ ਆਏ ਆ ਪਿੰਡ ਤੇ, ਆਸੇ ਪਾਸੇ ਤਾਂ ਪਿਆ ਜੀ। ਅੱਛਾ, ਸ਼ਰਾਟੇ ਪੈ ਗਿਆ, ਠੀਕ ਹੈ। ਹਾਂਜੀ ਹਾਂਜੀ। ਬੰਨੇ ਨੂੰ ਬੰਨਾ ਛੱਡ ਜਾਂਦਾ ਨਾ ਮੀਂਹ। ਹਾਂਜੀ ਚਲੋ ਕੋਈ ਨਹੀਂ, ਉਹ ਕਿਹੜਾ ਕਿਤੇ ਚਲੇ ਗਿਆ, ਉਹ ਤੇ ਹੀ ਆ। ਤੇ ਜਦੋਂ ਜਾਗਰੂਕਤਾ ਹੋਈ ਜਾਣੀ ਆ। ਤੇ ਵੈਸੇ ਚਲੋ ਵਧੀਆ, ਇਹਦੇ ਨਾਲ ਗਰਮੀ ਨਿਕਲ ਗਈ ਆ। ਵੈਸੇ ਜ਼ਰੂਰਤ ਆ, ਸਾਰੇ ਪਿੰਡਾਂ 'ਚ ਪੈ ਜਾਂਦੇ, ਲਾਗੇ ਛਾਗੇ ਪੈ ਜਾਏਗਾ ਜੀ। ਕੈਪਟਨ ਅਮਰਿੰਦਰ ਹੋਣਾ ਨੇ ਸਾਫ਼ ਕੀਤਾ ਹੈ ਕਿ ਸਿੱਧੂ ਨੇ ਨਹੀਂ ਮੰਗਿਆ ਸਮਾਂ। ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਇਹ ਨਾ ਵੈਸੇ ਸਿੱਧੂ ਨੇ ਕੋਈ ਬਿਆਨ ਨਹੀਂ ਸੀ ਦਿੱਤਾ ਕਿ ਮੈਂ ਕੈਪਟਨ ਤੋਂ ਸਮਾਂ ਮੰਗਿਆ ਵਾ। ਇਹ ਅਸਲ ਦੇ ਵਿੱਚ ਜਿੱਦਣ ਨਿਕਲੇ ਆ ਪੈਲ ਪਾਉਣ, ਮਤਲਬ ਪਹਿਲੇ ਦਿਨ ਉਦਣ ਰਾਜਾ ਵੜਿੰਗ ਨੇ ਕਿਹਾ ਸੀਗਾ ਕਿ ਮੁਲਾਕਾਤ ਹੋ ਜਾਏਗੀ, ਸਮਾਂ ਮੰਗਿਆ, ਬਸ ਜਿਵੇਂ ਸਮਾਂ ਮਿਲ ਜਾਏਗਾ ਮੁਲਾਕਾਤ ਹੋ ਜਾਏਗੀ, ਡੋਂਟ ਵਰੀ। ਜਿੱਦਾਂ ਪੱਤਰਕਾਰਾਂ ਨੂੰ ਉਹਨਾਂ ਨੇ ਕਿਹਾ ਸੀ, ਜਵਾਬ ਦਿੱਤਾ ਸੀ ਇਸ ਭਾਸ਼ਾ ਦੇ ਵਿੱਚ। ਤੇ ਹੁਣ ਉਹਨਾਂ ਨੇ ਮਤਲਬ ਕਿ ਜੋ CMO ਆ, ਉਹਨਾਂ ਨੇ ਸਾਫ਼ ਕੀਤਾ ਵਾ ਕਿ ਦੇਖੋ ਸਾਡੇ ਤੋਂ ਕੋਈ ਸਮਾਂ ਨਹੀਂ ਮੰਗਿਆ ਗਿਆ। ਮਤਲਬ ਕਿ ਜੋ ਰਾਜਾ ਵੜਿੰਗ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਬੋਲਦਾ ਹੁੰਦਾ, ਉਹਦੇ ਬਹੁਤ ਕੁਛ, ਉਹਦੇ ਤੜਾਗੀਆਂ ਵੀ ਦਿੰਦਾ ਸੀਗਾ, ਉਹਦੇ ਇਨੋਵਾ ਗੱਡੀਆਂ ਵੀ ਦਿੰਦਾ ਸੀਗਾ, ਬਹੁਤ ਕੁਝ ਵੰਡਿਆ ਜੀ ਉਹਨੇ। ਹਾਂਜੀ, ਤੇ ਰਾਜਾ ਵੜਿੰਗ ਤੇ ਸਾਰੀਆਂ ਗੱਲਾਂ ਕਰ ਦਿੰਦਾ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਬਸ ਉੱਚੀਆਂ ਨੇ ਗੱਲਾਂ ਉਹਦੀਆਂ। ਤੇ ਦੂਜੇ ਪਾਸੇ ਜਿਹੜੀ ਗੱਲ ਆ ਕਿ ਦੇਖੋ ਇਹਨਾਂ ਦੀ ਮੀਟਿੰਗ ਹੋਈ ਆ ਕੱਲ, OP ਸੋਨੀ ਵਗੈਰਾ ਦੀ ਜਿਹੜੀ ਆ, ਉਸ ਤੋਂ ਬਾਅਦ ਇਹਨਾਂ ਨੇ ਇਹ ਮਤਲਬ ਕਿ ਗੱਲ ਕਹੀ। ਬ੍ਰਹਮ ਮਹਿੰਦਰਾ ਨੇ ਆਖਿਆ ਕਿ ਦੇਖੋ ਅਸੀਂ ਨਿਯੁਕਤੀ ਦਾ ਤਾਂ ਕਰਦੇ ਹਾਂ ਸਵਾਗਤ, ਉਸ ਚੀਜ਼ ਦਾ ਤਾਂ ਅਸੀਂ ਚਲੋ ਸਿੱਧੂ ਦੀ ਆਮਦ ਹੈ ਜਿਹੜੀ ਖੈਰ ਮੰਗਦਾ ਮੈਂ ਉਹਦਾ, ਪਰੰਤੂ ਮੁਲਾਕਾਤ ਸਾਡੇ ਨਾਲ ਉਦੋਂ ਹੀ ਹੋਏਗੀ ਜਦੋਂ CM ਦੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਉਹ ਹੱਲ ਕਰਨਗੇ। ਮਤਲਬ ਕਿ ਮਾਫੀ ਜਦੋਂ ਤੱਕ ਨਹੀਂ ਉਦੋਂ ਤੱਕ ਮੁਲਾਕਾਤ ਨਹੀਂ। ਸਿੱਧਾ ਸਿੰਪਲ ਫੰਡਾ ਹੈ ਕਿ ਜੇ ਮਾਫੀ ਨਹੀਂ ਮੰਗੋਗੇ ਆਪਣੇ ਟਵੀਟਾਂ ਵਾਸਤੇ ਤੇ ਸਾਡਾ ਗਰੁੱਪ ਆ ਜਾਂ ਕੈਪਟਨ ਅਮਰਿੰਦਰ ਸਿੰਘ ਆ, ਉਹ ਤੁਹਾਡੇ ਨਾਲ ਮੁਲਾਕਾਤ ਨਹੀਂ ਕਰੂਗੇ, ਤਾਂ ਫਿਰ ਸਮਾਂ ਮੰਗਣ ਦਾ ਤਾਂ ਕੋਈ ਤੋਕ ਹੀ ਨਹੀਂ ਰਹਿ ਜਾਂਦਾ। CM ਵੀ ਇਹੀ ਗੱਲ ਕਹਿ ਰਹੇ ਨੇ, CM ਵੀ ਇਹੀ ਗੱਲ ਕਹਿ ਰਹੇ ਆ ਕਿ ਮਾਫੀ ਮੰਗ ਲਾ, ਮੁਲਾਕਾਤ ਹੋ ਜੂ ਆਪਣੀ, ਠੀਕ ਹੈ ਨਾ। ਤਾਂ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਕਹਿ ਲਓ ਕਿ ਬੜੇ ਜ਼ਿਆਦਾ ਵਫਾਦਾਰ ਨੇ, ਵੈਸੇ ਵਫਾਦਾਰੀਆਂ ਹੋਣੀਆਂ ਵੀ ਇਹੋ ਜਿਹੀਆਂ ਚਾਹੀਦੀਆਂ ਕਿ ਇਹ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਖਲੋਤੇ ਆ, ਬਾਕੀ ਤੇ ਭੁਰ ਗਏ ਆ, ਬਾਕੀ ਤੇ ਭੁਰ ਗਏ ਮਰੂਡਿਆਂ ਨੂੰ, ਜੇ ਮਰੂਡਾ ਰੱਖਿਆ ਜਿਸ ਤਰ੍ਹਾਂ ਭੁਰਦਾ। ਸੋ ਇਹ ਕੈਪਟਨ ਅਮਰਿੰਦਰ ਸਿੰਘ, ਵੈਸੇ ਹੁਣ ਤਾਂ ਦੇਖੋ ਗੱਲ ਇਹ ਆ ਕਿ ਇਹਨਾਂ ਨੂੰ ਰਲ ਕੇ ਚੱਲਣ 'ਚ ਹੀ ਫਾਇਦਾ। ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਜਿਹੜੀ ਮੈਂ ਜਿੰਨਾ ਕੁ ਸਮਝਦਾ, ਮੇਰੀ ਤੇ ਕੁਛ ਬੁੱਧੀ ਆ, ਬੜਾ ਘੱਟ ਮੈਂ ਪੜ੍ਹਿਆ ਲਿਖਿਆ ਇਨਸਾਨ ਆ, ਮੇਰਾ ਮੰਨਣਾ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਵੀ ਇਸ ਇੰਤਜ਼ਾਰ 'ਚ ਨੇ, ਉਮੀਦ 'ਚ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਬਹੁਤ ਸਾਰੇ ਪ੍ਰਧਾਨਾਂ ਨੂੰ ਮਿੱਟੀ ਕੀਤਾ ਵਾ, ਤਾਂ ਸਮਾਂ ਆਉਣ ਤੇ ਮੈਂ ਇਹਦੀ ਵੀ ਗੋਡ ਨਹੀਂ ਲਾ ਦੂੰਗਾ। ਅੱਛਾ, ਇਸ ਕਰਕੇ ਜਾਂ ਹੰਕਾਰ ਦੀ ਲੜਾਈ, ਕਿਉਂਕਿ ਦੇਖੋ ਮੈਂ ਤੁਹਾਨੂੰ ਹਿਸਟਰੀ ਦੱਸ ਦਿੰਦਾ ਕਿ ਜਦੋਂ 97 ਚੋਂ ਆਏ ਆ ਅਕਾਲੀ ਦਲ ਚੋਂ ਨਿਕਲ ਕੇ, ਹੰਸਪਾਲ ਕੋਈ ਪਰਵਾਹ ਨਹੀਂ ਕੀਤੀ, ਠੀਕ ਹੈ ਜੀ। ਸ਼ਮਸ਼ੇਰ ਦੂਲੋ ਬਣਿਆ ਪ੍ਰਧਾਨ ਕੈਪਟਨ ਦੇ ਰਾਜ ਦੇ ਵਿੱਚ ਹੀ, ਕੋਈ ਪਰਵਾਹ ਨਹੀਂ ਕੀਤੀ। ਇਲੈਕਸ਼ਨ ਬੇਸ਼ੱਕ ਹਾਰ ਗਏ 2007 ਵਾਲਾ, ਤੇ ਫਿਰ ਬਾਅਦ ਚ ਮਹਿੰਦਰ ਸਿੰਘ KP ਬਣੇ। ਮਹਿੰਦਰ ਸਿੰਘ KP ਨੂੰ ਤਾਂ ਬਹੁਤ ਬੁਰੀ ਤਰ੍ਹਾਂ ਰੋਲ ਕੇ ਰੱਖਤਾ ਸੀ ਇਹਨਾਂ ਨੇ, ਕਦੇ ਪਰਵਾਹ ਨਹੀਂ ਕੀਤੀ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਰੋਲਿਆ, ਉਸ ਤੋਂ ਬਾਅਦ ਸੁਨੀਲ ਜਾਖੜ ਦੀ ਤੇ ਇੰਨੀ ਬੇਇੱਜ਼ਤੀ ਕੀਤੀ ਚਾਚਾ ਚੌਧਰੀ ਦੀ, ਮੇਰਾ ਗਵਾਂਢੀ ਆ, ਕਿ ਉੱਥੇ ਜਦੋਂ ਗਿਆ ਦਫ਼ਤਰ ਦੇ ਵਿੱਚ ਉਹਦੇ ਫੋਨ ਤੱਕ ਕਢਾਏ ਗਏ ਕਿ ਜਸੂਸੀ ਹੋ ਜਾਂਦੀ ਆ। ਹਾਬ ਲਾ ਲਓ, ਉਹਨੂੰ ਦਫ਼ਤਰ ਦੇ ਵਿੱਚ ਬਿਠਾਇਆ ਗਿਆ, ਉੱਥੇ ਪਤਾ ਨਹੀਂ ਜਾਣ ਦਿੱਤਾ ਗਿਆ। ਮਤਲਬ ਕਿ ਉਹ ਚੀਜ਼ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਜ਼ਹਿਨ ਦੇ ਵਿੱਚ ਹੈਗੀ ਆ ਕਿ ਕੋਈ ਗੱਲ ਨਹੀਂ, ਜਿੱਥੇ ਜਿਵੇਂ ਗਾਣਾ ਹੈ ਨਾ ਕਿ ਅਸੀਂ ਤਾਂ ਰੋਲ ਦਿੱਤੇ ਖਰੇ ਤੋਂ ਖਰੇ, ਕਿ ਅਸੀਂ ਤਾਂ ਖਰੇ ਤੋਂ ਖਰੇ ਰੋਲ ਦਿੱਤੇ, ਕੋਈ ਚੱਕਰ ਨਹੀਂ ਆ, ਸਮਾਂ ਆਉਣ ਦਿਓ, ਹਾਲੇ ਸਮੇਂ ਦੀ ਤੋਰ ਵੇਖੋ। ਪਰ ਗੱਲ ਇਹ ਆ ਕਿ ਕੈਪਟਨ ਨੂੰ ਸਮਝਣਾ ਪਏਗਾ ਕਿ ਇਸ ਵਾਰੀ ਬਿਲਕੁਲ ਹਾਲਾਤ ਜੁਦਾ ਨੇ। ਉਦੋਂ ਲੋਕ ਤੁਹਾਨੂੰ ਲਾਈਕ ਕਰਦੇ ਸੀ ਕੁਛ ਹੱਦ ਤੱਕ, ਉਦੋਂ ਤੁਸੀਂ ਇਸ ਤਰ੍ਹਾਂ ਮਤਲਬ ਕਿ ਇੱਕ ਰਾਜ ਜਿਹੜਾ ਨਾਕਾਮਯਾਬ ਨਹੀਂ ਸੀ ਭੋਗਿਆ, ਕੁਛ ਨਾ ਕੁਛ ਤੁਹਾਡੇ ਕੋਲ ਪ੍ਰਾਪਤੀਆਂ ਸੀਗੀਆਂ। ਤੇ
ਇਸ ਵਾਰੀ ਕੀ ਹੈ ਕਿ ਲੋਕ ਵੀ ਤੁਹਾਡੇ ਤੋਂ ਨਾਰਾਜ਼ ਨੇ, ਖਫਾ ਨੇ, ਤੇ ਲੋਕ ਤੁਹਾਡੇ ਜਿਹੜੇ ਆਪਣੇ ਪਾਰਟੀ ਦੇ ਉਹ ਵੀ ਖਫਾ ਨੇ। ਕਿਉਂਕਿ ਤੁਸੀਂ ਦੇਖੋ ਜੋ ਕੀਤਾ ਅੱਜ ਤੱਕ ਇਤਿਹਾਸ ਦੇ ਵਿੱਚ ਦੂਜੇ ਨੇਤਾਵਾਂ ਨਾਲੋਂ ਤੁਹਾਡੇ ਨਾਲ ਹੋ ਰਿਹਾ। ਵਕਤ एक सा नहीं रहता, कभी रोना उनको भी पड़ता है जो औरों को रुलाते हैं। क्या बात। ਤਾਂ ਤੁਸੀਂ ਜੋ ਲੋਕਾਂ ਨਾਲ ਕੀਤਾ, ਜੋ ਦਵਾਈ ਤੁਸੀਂ ਦੂਜਿਆਂ ਨੂੰ ਪਿਲਾਈ, ਉਹੀ ਦਵਾਈ ਹੁਣ ਤੁਹਾਨੂੰ ਪੀਣੀ ਪੈ ਰਹੀ ਹੈ ਤੇ ਇਹਨੂੰ ਕੌੜਾ ਘੁੱਟ ਤੁਹਾਨੂੰ ਭਰਨਾ ਹੀ ਪੈਣਾ। ਬਾਕੀ ਹੁਣ ਦੇਖੋ ਅੱਗੇ ਕੀ ਬਣਦਾ, ਇਹਨਾਂ ਦਾ ਕੋਈ ਪਤਾ ਤਾਂ ਲੱਗਦਾ ਨਹੀਂ ਹੈ। ਹੋ ਸਕਦਾ ਕਿ ਕੱਲ ਨੂੰ ਇਕੱਠੇ ਵੀ ਹੋ ਜਾਣ, ਹੋ ਸਕਦਾ ਕਿ ਇਸ ਤਰ੍ਹਾਂ ਚੱਲੇ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਹਾਲਾਤ ਜਿਹੜੇ ਆ ਮੇਰੇ ਖਿਆਲ ਦੇ ਨਾਲ ਜ਼ਮੀਨੀ ਹਾਲਾਤ ਜਿਹੜੇ ਆ ਉਹ ਜਾਂ ਤਾਂ ਸਮਝ ਨਹੀਂ ਪੈ ਰਹੇ ਜਾਂ ਉਹ ਸਮਝ ਰਹੇ ਆ, ਪਰ ਉਹਨਾਂ ਨੂੰ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਆ ਕਿ ਇੱਕ ਵਾਰੀ ਫਿਰ ਮੈਂ ਹੀ ਜੇਤੂ ਨਿਕਲੂੰਗਾ ਜੀ। ਔਰ ਵੈਸੇ ਨੀਵੇਂ ਸੋ ਬੌਰਾ ਹੋਏ, ਪਰ ਮਾਫੀ ਸਿੱਧੂ ਕਹਿੰਦਾ ਮੈਂ ਕਿਹੜੀ ਗੱਲ ਦੀ ਮੰਗਾ ਕਿ ਮੈਂ ਤਾਂ ਤੁਹਾਡੇ ਲਈ ਪਰਸਨਲ ਤੇ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਕੀਤਾ, ਅਟੈਕ ਨਹੀਂ ਕੀਤਾ, ਤਾਂ ਰਾਜਨੀਤਿਕ ਬਿਆਨ ਸਨ ਇਹ ਉਹਨਾਂ ਦਾ ਦਾਵਾ। ਪਰ ਕਾਂਗਰਸ ਨੇ ਕੋਈ ਨਹੀਂ ਛੱਡੀ, ਕਸਰ ਤੇ ਕੋਈ ਨਹੀਂ ਛੱਡੀ। 25-75 ਉਹ ਨਿੱਜੀ ਆ, ਉਹ ਜੇ ਤੁਸੀਂ ਦੇਖੋਗੇ 25-75 ਕੀ ਆ, ਉਹ ਤਾਂ ਜੋ ਮਰਜ਼ੀ ਜਦੋਂ ਤਾਂ ਕਹੇਗਾ ਨਾ, ਉਹ ਹੁਣ ਨਹੀਂ ਕਹਿ ਸਕਦਾ। ਉਹ ਤਾਂ ਕਹੇਗਾ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਵਾਸਤੇ ਤਿਆਰ ਹਾਂ। ਪਰ ਉਹਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਦੇ ਪਹੁੰਚੇ ਖਿੱਚਣਾ। ਜੀ ਜੀ। ਕਾਂਗਰਸ ਹਾਲ ਦੀ ਘੜੀ ਦੋ ਫਾੜ ਹੈ ਜੇ ਕੋਈ ਦੋ ਰਾਵਾ ਨਹੀਂ, ਇਹ ਲੱਗੀ ਹੈ ਜੀ ਮੋਰ। ਬਟ ਇਹਦੇ ਤੇ ਹਾਂਜੀ ਹਾਂਜੀ ਕਰ ਲੋ, ਕਰੋ। ਪਰ ਸਮਾਂ ਦੇਖੋ, ਮੈਂ ਤਾਂ ਇਹੀ ਕਹਿਣਾ ਸੀ, ਸਮਾਂ ਦੇਖੋ, ਤੇਲ ਦੀ ਧਾਰ ਦੇਖੋ। ਨਹੀਂ, ਕਾਂਗਰਸ ਦਫਾੜਿਆ ਇਹਦੇ ਤੇ ਮੋਹਰ ਕਿਵੇਂ ਲੱਗਦੀ ਹੈ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਛੋਟੀ ਜਿਹੀ ਕੱਲ ਮਿਸਾਲ ਦੇਣਾ। ਅੰਮ੍ਰਿਤਸਰ ਗਏ ਨੇ ਇਹ, ਹਾਂਜੀ ਅੰਮ੍ਰਿਤਸਰ ਗਏ ਆ ਤਾਂ ਉੱਥੇ ਦੇਖੋ ਅੰਮ੍ਰਿਤਸਰ ਤੋਂ ਜਿਹੜੇ ਸੋਨੀ ਆ ਉਹ ਉਸ ਟਾਈਮ ਕੈਪਟਨ ਦੇ ਉੱਥੇ ਬੈਠੇ ਸੀਗੇ। ਜਿਹੜੇ ਔਜਲਾ ਸਾਹਿਬ ਆ ਉਹ ਗਾਇਬ ਨੇ, ਜਿਹੜੇ ਰਿੰਟੂ ਜੀ ਨੇ ਮਿਹਰ ਉਹ ਗਾਇਬ ਨੇ, ਗਣੇਸ਼ ਬੱਸੀ ਜੀ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਉਹ ਗਾਇਬ ਨੇ। ਤਾਂ ਦਫਾੜ ਹੈ ਨਾ ਜੀ ਕਿ ਇੱਕ ਪ੍ਰਧਾਨ ਗਿਆ, ਵੱਡੇ ਚਿਹਰੇ ਇਹ ਸ਼ਹਿਰ ਦੇ ਮੈਂ ਤੁਹਾਨੂੰ ਦੱਸੇ ਨੇ, ਅੰਮ੍ਰਿਤਸਰ ਜ਼ਿਲ੍ਹੇ ਦੇ ਤਾਂ ਪਤਾ ਨਹੀਂ ਕਿੰਨੇ ਕੁ ਹੋਣਗੇ, ਮਾਝੇ ਦੇ ਤਾਂ ਪਤਾ ਨਹੀਂ ਕਿੰਨੇ ਕੁ ਹੋਣਗੇ। ਮੈਂ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਦੇ ਦੱਸ ਦਿੱਤੇ ਕਿ ਇਹ ਚਿਹਰੇ ਗਾਇਬ ਹੋ ਗਏ, ਵੱਡੇ ਚਿਹਰੇ। ਤੇ ਯਾਨੀ ਇੱਕ ਪ੍ਰਧਾਨ ਬਣ ਕੇ ਆਪਣੀ ਰਿਹਾਇਸ਼ ਤੇ ਆ ਰਿਹਾ ਬੰਦਾ, ਤਾਂ ਵੱਡੇ ਚਿਹਰੇ ਜਿਹੜੇ ਆ ਉਹਦੇ ਸਵਾਗਤ ਚ ਖੜਨ ਦੀ ਥਾਂ ਤੇ ਦੂਜੇ ਖੇਮੇ ਚ ਖੜੇ, ਤਾਂ ਮਤਲਬ ਦਫਾੜ ਤੇ ਹੈ। ਹਾਲਦੀ ਘੜੀ ਦਫਾੜ ਕਿੱਦਾਂ ਹੁੰਦੀ ਆ ਪਾਰਟੀ? ਮੈਂ ਤੁਹਾਨੂੰ ਸਮਝਾਉਣਾ ਕਿ ਵੈਸੇ ਤੁਸੀਂ ਆਪ ਹੀ ਸਮਝਦਾਰ ਹੋ, ਮੈਂ ਤੁਹਾਨੂੰ ਕੀ ਸਮਝਾ ਸਕਦਾ ਹੈ ਕਿ ਦੇਖੋ ਇੱਕ ਜ਼ਿਲ੍ਹੇ ਦੇ ਵਿੱਚ, ਮਸਲਨ ਇੱਕ ਜ਼ਿਲ੍ਹੇ ਦੇ ਵਿੱਚ, ਜਿੱਦਾਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ, ਸੰਗਰੂਰ ਦੇ ਵਿੱਚ ਵਿਜੇਂਦਰ ਸਿੰਗਲਾ ਆ। ਵਿਜੇਂਦਰ ਸਿੰਗਲਾ ਕਿੱਧਰ ਗਿਆ? ਕੈਪਟਨ ਦੇ ਪਾਲੇ ਚ, ਉਹ ਐਜੂਕੇਸ਼ਨ ਮਿਨਿਸਟਰ ਆ। ਪਰ ਉੱਥੇ ਹੀ ਨਾਲ ਅਮਰਗੜ੍ਹ ਆ, ਸੰਗਰੂਰ ਦੇ ਬਿਲਕੁਲ ਨਾਲ ਆ ਕਸਬਾ ਅਮਰਗੜ੍ਹ, ਇੱਕ ਹਲਕਾ। ਅਮਰਗੜ੍ਹ ਦਾ ਵਿਧਾਇਕ ਹੈ ਜਿਹੜਾ ਸੁਰਜੀਤ ਕੁਮਾਰ, ਉਹ ਕੈਪਟਨ ਦੇ ਉਲਟ ਆ, ਉਹ ਗਿਆ ਸਿੱਧੂ ਦੇ ਪੱਖ ਚ। ਠੀਕ ਹੈ ਜੀ, ਕੋਈ ਇੱਧਰ ਗਿਆ, ਕੋਈ ਉੱਧਰ ਗਿਆ। ਜੇ ਮੰਨ ਲਓ ਕੱਲ ਨੂੰ ਇਹ ਅਹੰਕਾਰ ਦੀ ਲੜਾਈ ਹੁੰਦੀ ਆ, ਮਾਫੀ ਵਗੈਰਾ ਜਿਹੜੀਆਂ ਚੀਜ਼ਾਂ, ਜੇ ਪਾਰਟੀ ਨੂੰ ਮਜ਼ਬੂਤ ਕਰਨਾ ਹੋਵੇ, ਜੇ ਜਥੇਬੰਦੀ ਨੂੰ ਮਤਲਬ ਕਿ ਮਜ਼ਬੂਤ ਕਰਨਾ ਹੋਵੇ, ਛੋਟੀਆਂ ਨਿੱਜ ਲੜਾਈਆਂ ਜਿਹੜੀਆਂ ਹੁੰਦੀਆਂ ਨਾ ਤਿਆਗੀਆਂ ਜਾ ਸਕਦੀਆਂ, ਕੋਈ ਵੱਡੀ ਗੱਲ ਨਹੀਂ। ਪਰ ਇਹ ਹੇਠਲੇ ਪੱਧਰ ਤੇ ਇਹ ਫਿਰ ਇੰਨਾ ਜ਼ਿਆਦਾ, ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਿਜੇਂਦਰ ਸਿੰਗਲਾ ਇੱਕ ਪਾਸੇ ਹੋ ਜੂ, ਇੱਕ ਵਿਧਾਇਕ ਇੱਕ ਪਾਸੇ ਹੋ ਜੂ, ਤਾਂ ਕਹਿਣ ਦਾ ਮਤਲਬ ਇਹ ਸਾਰੇ ਜ਼ਿਲ੍ਹਿਆਂ 'ਚ ਇਹੀ ਇੱਕ ਮਿਸਾਲ ਦਿੱਤੀ ਹੈ ਤੁਹਾਨੂੰ ਕਿ ਸਾਰੇ ਜ਼ਿਲ੍ਹਿਆਂ 'ਚ ਇਸ ਤਰ੍ਹਾਂ ਹੋਏਗਾ, ਇਹ ਸਾਰੇ ਜ਼ਿਲ੍ਹਿਆਂ 'ਚ ਵਾਪਰ ਜਾਏਗਾ ਕਿ ਕੈਪਟਨ ਦਾ ਖੇਮਾ ਤੇ ਹੈ ਹੀ ਹੈ, ਕਿ ਹਰੇਕ ਸ਼ਹਿਰ ਦੇ ਵਿੱਚ, ਹਰੇਕ ਪਿੰਡ 'ਚ ਆ। ਉਹ ਇੱਕ ਪਾਸੇ ਖਲੋ ਜਾਏਗਾ, ਦੂਸਰਾ ਇੱਕ ਪਾਸੇ ਖਲੋ ਜਾਏਗਾ, ਤੇ ਜਿੱਥੇ ਵੀ ਉਹਨਾਂ ਨੂੰ ਲੱਗੇਗਾ ਕਿ ਇਹ ਕੈਪਟਨ ਦਾ ਕੈਂਡੀਡੇਟ ਆ, ਉਹ ਦੂਜੇ ਪਾਸੇ ਜ਼ੋਰ ਲਾ ਦੇਣਗੇ, ਦੂਜੇ ਪਾਸੇ ਜ਼ੋਰ ਲਾ ਦੇਣਗੇ। 2012 ਵਾਲਾ ਇਲੈਕਸ਼ਨ ਕਿਉਂ ਹਾਰੇ ਸੀ? ਕਿਉਂਕਿ ਅੱਜ ਵੀ ਯਾਦ ਆ 20 ਦੇ ਕਰੀਬ ਐਸੀਆਂ ਸੀਟਾਂ ਸੀ ਜਿੱਥੇ ਇਹਨਾਂ ਦਾ ਮਾਰਜਨ ਜਿਹੜਾ ਆ ਉਹ 50 ਵੋਟਾਂ ਤੋਂ ਲੈ ਕੇ 2000 ਵੋਟ ਤੱਕ ਸੀ, ਸਰਕਾਰ ਬਣਦੀ ਸੀ। ਪਰ ਕਈ ਥਾਈਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਆਪ ਹੀ ਮਾਰ ਕੀਤਾ। ਸੋ ਇਸ ਕਰਕੇ ਦਫਾੜ ਤਾਂ ਨਜ਼ਰ ਆ ਰਹੀ ਹੈ। ਹੁਣ ਦੇਖੋ ਗੱਲ ਕੀ ਹੈ ਕਿ ਦੋ ਵੱਡੇ ਇਮਤਿਹਾਨ ਹੋਣਗੇ ਸਿੱਧੂ ਸਾਹਿਬ ਦੇ। ਇੱਕ ਤੇ ਇਹ ਆ ਕਿ ਅੱਜ ਉਹਨਾਂ ਨੇ ਸਾਰੇ ਸੱਦੇ ਆ ਬੰਦੇ ਕਿ ਲਿਆਓ ਬਈ, ਆ ਜਾਓ ਸਾਰੇ ਵਿਧਾਇਕ ਵਗੈਰਾ ਨੇਤਾ, ਆ ਜਾਓ ਇੱਥੇ ਮੇਰੀ ਰੈਸਟ ਤੇ ਆ ਜਾਓ, ਆਪਾਂ ਮਿਲਦੇ ਆ, ਨਾਲੇ ਮੱਠੀਆਂ ਮੁੱਠੀਆਂ ਖਾਵਾਂਗੇ, ਮੌਸਮ ਠੰਡਾ, ਗੁਲਗੁਲੇ ਵਗੈਰਾ ਖਾਵਾਂਗੇ, ਤੇ ਨਾਲੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ। ਇੱਕ ਸ਼ਕਤੀ ਪ੍ਰਦਰਸ਼ਨ ਹੈ। ਅੱਜ ਸਾਫ਼ ਹੋ ਜਾਏਗਾ ਕਿ ਕਿਹੜੇ ਪੱਲੜੇ 'ਚ ਕੌਣ ਤੁਲਦਾ ਹੈ। ਦੁਰਗਾ ਰੰਗੀਲਾ ਕਹਿੰਦਾ
ਪੱਲਾ ਝੁਕ ਗਿਆ ਭਾਰੇ ਵਜ਼ਨਾਂ ਦਾ। ਤੋ ਇਹ ਹੁਣ ਦੇਖਣਾ ਪਏਗਾ ਕਿ ਪੱਲਾ ਕਿਹਦਾ ਝੁਕਦਾ ਆ ਤੇ ਉੱਥੇ ਕਿੰਨੇ ਪਹੁੰਚਦੇ ਆ। ਦੂਜੀ ਚੀਜ਼, ਦੂਜਾ ਇਮਤਿਹਾਨ ਹੋਏਗਾ ਵੀਰਵਾਰ ਜੀ, ਯਾਨੀ ਕੱਲ, ਇੰਡੀਆ ਦੇ ਕੱਲ। ਉੱਥੇ ਕੀ ਹੋਏਗਾ ਕਿ ਜਿੱਦਾਂ ਇਹਨਾਂ ਨੇ ਉਹ ਜਸੂਸੀ ਕਾਂਡ ਦੇ ਉਲਟ ਸੱਦਾ ਦਿੱਤਾ ਵਾ ਇਹਨਾਂ ਦੀ ਹਾਈ ਕਮਾਨ ਨੇ ਕਿ ਸਾਰਿਆਂ ਨੇ ਪ੍ਰਦਰਸ਼ਨ ਕਰਨੇ ਨੇ ਸਟੇਟ ਲੈਵਲ ਤੇ, ਤਾਂ ਉੱਥੇ ਕੌਣ ਪਹੁੰਚਦਾ ਹੈ ਤੇ ਉਹ ਕਿੰਨੀ ਮਤਲਬ ਕਿ ਗੈਦਰਿੰਗ ਹੁੰਦੀ ਆ, ਕੌਣ ਕੌਣ ਜਾਂਦਾ ਹੈ। ਔਰ ਇਸ ਤੋਂ ਇਲਾਵਾ ਉੱਥੇ ਹੀ ਅਸਲ ਦੇ ਵਿੱਚ ਪੱਤਰਕਾਰਾਂ ਦਾ ਆਮੋ ਸਾਹਮਣਾ ਹੋਏਗਾ ਸਿੱਧੂ ਦੇ ਨਾਲ। ਉੱਥੇ ਹੀ ਸਵਾਲ ਨਿਕਲ ਗਏ। ਸਿੱਧੂ ਵਾਸਤੇ ਵੀ ਚੈਲੰਜ ਘੱਟ ਨਹੀਂ। ਜੇ ਆਪਾਂ ਕੈਪਟਨ ਨੂੰ ਦੇਖ ਰਹੇ ਹਾਂ ਕਿ ਉਹਦੇ ਹਾਲਾਤ ਬਦਲੇ ਹੋਏ ਆ, ਸਿੱਧੂ ਵਾਸਤੇ ਵੀ ਚੈਲੰਜ ਹੈਗੇ ਆ। ਸਭ ਤੋਂ ਵੱਡਾ ਕਿ ਯੂਨਾਈਟ ਕਿਵੇਂ ਕਰਨਾ ਆ, ਇਕੱਠਿਆਂ ਕਿਵੇਂ ਕਰਨਾ ਹੈ, ਤੇ ਹੈ ਹੀ ਹੈ। ਦੂਜਾ ਇਹ ਆ ਕਿ ਸਿੱਧੂ ਇੰਨਾ ਕੁਝ ਬੋਲਿਆ ਵਾ ਕਿ ਉਹਦੇ ਆਪਣੇ ਜਿਹੜੇ ਮਤਲਬ ਕਿ ਚੁੱਕੇ ਸਵਾਲ ਆ, ਉਹਨਾਂ ਦੇ ਜਵਾਬ ਉਹਨਾਂ ਦੇ ਕੋਲੋਂ ਬਣਨੇ ਨਹੀਂ ਹੈ ਛੇਤੀ। ਬਹੁਤ ਦਾਅਵੇ ਕੀਤੇ ਆ ਸਿੱਧੂ ਨੇ, ਬਹੁਤ ਦਾਅਵੇ ਕੀਤੇ ਆ। ਤਾਂ ਉਹ ਸਵਾਲ ਜਿਹੜੇ ਆ ਉਹ ਹੱਲ ਸਿੱਧੂ, ਹਾਲੇ ਤੇ ਚਲੋ ਹਾਲ ਦੀ ਘੜੀ ਤਾਂ ਸਮਾਂ ਹੈ ਉਹਨਾਂ ਦੇ ਕੋਲ ਕਿ ਸਿੱਧੂ ਕਹਿ ਸਕਦੇ ਆ ਕਿ ਮੈਨੂੰ ਸਮਾਂ ਚਾਹੀਦਾ, ਪਰ ਸਮਾਂ ਆਉਣ ਤੇ ਉਹਨਾਂ ਦੇ ਕੋਲ ਜਵਾਬ ਦੇ ਨਹੀਂ ਹੋਣੇ। ਇਹ ਗੱਲ ਯਾਦ ਰੱਖਿਓ। ਸਾਡੇ ਪੰਜਾਬੀ ਤੇ ਉਮੀਦ ਵਜੋਂ ਦੇਖਦੇ ਆ, ਕਾਂਗਰਸੀ ਵੀ ਦੇਖੀ ਜਾਂਦੇ ਸਿੱਧੂ ਨੂੰ ਕਿ ਚਮਤਕਾਰ ਹੋ ਜਾਏਗਾ। ਸਾਡੇ ਪੰਜਾਬੀ ਵੀ ਦੇਖਦੇ ਆ ਲਓ ਭਾਈ ਹੁਣ ਆਹ ਫਲਾਣਾ ਆ ਗਿਆ, ਇਹ ਕੱਢੂ ਚਿੱਬ ਜੀ, ਇਹ ਕੱਢੂ ਬੁਲਾਵੇਂ ਹੋਣਾ। ਔਰ ਬਾਅਦ ਦੇ ਵਿੱਚ ਉਸੇ ਬੰਦੇ ਨੂੰ ਫਿਰ ਅਸੀਂ ਕੱਢ ਦਿੰਦੇ ਦਿਲ ਦੇ ਵਿੱਚੋਂ, ਗਲਤ ਅੱਖਰ ਵੱਲ ਨੂੰ ਪੂੰਝ ਦਿੰਦੇ ਆ। ਸੋ ਇਹ ਚੀਜ਼ ਆ ਕਿ ਆਉਣ ਵਾਲੇ ਸਮੇਂ 'ਚ ਚੈਲੰਜ ਉਹਨਾਂ ਨੂੰ ਵੀ ਆਉਣਗੇ, ਐਸੀ ਕੋਈ ਗੱਲ ਨਹੀਂ। ਪਰ ਰੌਲਾ ਇਹ ਆ ਕਿ ਹੁਣ ਜਿਵੇਂ ਕਿਸੇ ਨੇ ਕਿਹਾ ਸੀ ਨਾ, ਸ਼ਾਇਦ ਬੰਦਿਆਨੀ ਸਾਹਿਬ ਨੇ ਕਿਹਾ ਸੀ, ਮਸ਼ਹੂਰ ਬੰਦਿਆਨੀ ਬਹੁਤ ਵਧੀਆ ਸ਼ਾਇਰ ਸੀਗੇ, शायर थी, तो उन्होंने कहा थी अब हवाएं करेंगी रोशनी का फैसला, जिस दिए में जान होगी वो दिया रह जाएगा। मतलब कि दूजा ते जाऊगा सिद्धू दे दीवे च किन्नी कुछ जाने समा दसेगा। दो इम्तिहान ते कल ते अज वाला जिहड़ा वो बहुत कुछ साफ कर देंगे। कैप्टन नूं भी पता लग जाएगा कि हाँ भाई हुण मेरा दिया जिहड़ा बुझण दे करीब आ, जां हाले भी इहदे च तेल पाया जा सकदा। वैसे वेले नाल तेल पा लईए ठीक है, बुझे दीवे च तेल पाउण दा कोई तुक नहीं बनदा जी। इस दे नाल ही मेरे नाल कॉलर ने, परंतु उस तो पहला खबरां ये आ रही ने कि भारत की जिहड़ी मौजूदा सरकार है ਉਹਦਾ एक बयान है ਤੇ ਉਹਦੇ ਤੇ ਵੈਸੇ ਤਾਂ ਹੁਣ ਜੇ ਵਰਲਡ ਵਾਈਡ ਵੇਖਿਆ ਜਾਵੇ ਤਾਂ ਬੜੀ ਇੱਕ ਹਾਹਾਕਾਰ ਮਚੀ ਸੀ ਕਿ ਆਕਸੀਜਨ ਨਾਲ ਬਹੁਤ ਜ਼ਿਆਦੀਆਂ ਮੌਤਾਂ ਹੋ ਗਈਆਂ, ਬਹੁਤ ਜ਼ਿਆਦਾ ਉੱਥੇ ਮਤਲਬ ਭਿਅੰਕਰ ਖਬਰਾਂ ਆਈਆਂ ਸਨ, ਯਕਦਮ ਰੁਕ ਗਈਆਂ। ਹਾਂਜੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਕਸੀਜਨ ਭੇਜਣੇ ਸ਼ੁਰੂ ਹੋ ਗਏ। ਭਾਰਤ ਸਰਕਾਰ ਦਾ ਇੱਕ ਬਿਆਨ ਹੈ ਕਿ ਆਕਸੀਜਨ ਨਾਲ ਹੋਈਆਂ ਮੌਤਾਂ ਦਾ ਕੋਈ ਵੀ ਰਿਕਾਰਡ ਨਹੀਂ। ਹਾਂਜੀ, ਨਹੀਂ ਦੇਖੋ ਗੱਲ ਤੇ ਇਹ ਆ ਕਿ ਮੈਂ ਕਹਿੰਦਾ ਇਹ ਮੈਂ ਕਹਿ ਦਿੰਦਾ ਮੈਂ ਕਰਨ ਲੱਗ ਜਾਣੇ ਬੱਕਰੀਆਂ ਥੋੜੀ ਨੇ, ਗਾਇਬ ਹੋ ਜਾਣ ਮੋਇਆਂ ਦੇ ਸਰਟੀਫਿਕੇਟ, ਇਹ ਨੇਤਾਵਾਂ ਦੀਆਂ ਡਿਗਰੀਆਂ ਥੋੜੀ ਨੇ। ਦੇਖੋ ਇੱਥੇ ਕਿਤੇ ਨੇੜੇ ਤੇੜੇ ਹੋਣੀਆਂ ਜਿਹੜੀਆਂ ਮੌਤਾਂ ਹੋਈਆਂ ਨੇ ਉਹਦੇ ਅੰਕੜੇ ਹੋਣੇ ਨੇ। ਮੋਇਆਂ ਦੇ ਸਰਟੀਫਿਕੇਟ ਨੇਤਾਵਾਂ ਦੀਆਂ ਡਿਗਰੀਆਂ ਥੋੜੀ ਹੈ ਜਿਹੜੀਆਂ ਗਾਇਬ ਹੋ ਜਾਣਗੀਆਂ। ਉਹ ਗਲਤ ਗੱਲ ਆ ਇਹ ਤੇ। ਦੇਖੋ ਗਾਂ ਦੀਆਂ ਗੱਲਾਂ ਹੁਣ ਕਰੀ ਜਾਂਦੇ, ਇਹਨਾਂ ਦੇ ਕੋਲ ਤੇ ਰੁਜ਼ਗਾਰ ਵਾਲੇ ਅੰਕੜੇ ਪੁੱਛ ਲਓ, ਉਹ ਨਹੀਂ ਹੈਗੇ। ਉਹ ਰੌਲਾ ਪੈ ਗਿਆ ਸੀਗਾ, ਦੋ ਜਣਿਆਂ ਨੇ ਅੱਜ ਕੀਤੇ ਸੀ, ਉਹ ਅੰਕੜਿਆਂ ਤੇ ਪਾਬੰਦੀ ਲਾ ਦਿੱਤੀ। ਇਹਨਾਂ ਤੋਂ ਇਹ ਪੁੱਛ ਲਓ ਕਿ 2016 ਤੋਂ ਬਾਅਦ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਦ ਕਿ ਕਿਸਾਨ ਖੁਦਕੁਸ਼ੀ ਤੇ ਸਭ ਤੋਂ ਜ਼ਿਆਦਾ ਰਾਜਨੀਤੀ ਇਹ ਕਰਦੇ ਰਹੇ ਆ ਮਨਮੋਹਨ ਸਰਕਾਰ ਦੇ ਨੇ। ਇਹਨਾਂ ਨੂੰ ਪੁੱਛ ਲਓ 2016 ਤੋਂ ਬਾਅਦ ਖੁਦਕੁਸ਼ੀ ਦਾ ਇੱਕ ਵੀ ਅੰਕੜਾ ਨਹੀਂ ਹੈਗਾ ਇਹਨਾਂ ਦੇ ਕੋਲ। ਹੁਣ ਇਹਨਾਂ ਨੇ ਇਹ ਵੀ ਡਾਟਾ ਨਵੇੜਤਾ ਕਿਉਂਕਿ ਦੇਖੋ ਅਸਲ ਦੇ ਵਿੱਚ ਜਸੂਸੀ ਕਾਂਡ ਦਾ ਤਾਂ ਰੌਲਾ ਹੁਣ ਕਾਂਗਰਸ ਦੀ ਜਿਹੜੀ ਹੈ ਨਾ ਉਹਦੀ ਰਣਨੀਤੀ ਮੇਰੀ ਤਾਂ ਸਮਝ ਤੋਂ ਬਾਹਰ ਆ ਕਿ ਉਹ ਭਾਜਪਾ ਨੂੰ ਵੀ ਰਾਜ ਕਰਨਾ ਵੇਖਣਾ ਚਾਹੁੰਦੀ ਹੈ। ਜਸੂਸੀ ਕਾ ਤੁਹਾਡਾ ਮਨਮੋਹਨ ਸਿੰਘ ਤੇ 2010 ਚ ਕਹਿੰਦਾ ਸੀ ਦੇਸ਼ ਦੇ ਹਿੱਤ ਦੇ ਵਿੱਚ ਫੋਨ ਟੈਪਿੰਗ। ਤਾਂ ਅੱਛਾ ਹੁਣ ਦੂਜੀ ਗੱਲ ਇਹ ਆ ਕਿ ਜਸੂਸੀ ਦਾ ਠੀਕ ਹੈ ਤੁਸੀਂ ਰੌਲਾ ਰੱਪਾ ਪਾ ਲਿਆ, ਹੋਣਾ ਕੀ ਆ, ਕੁਛ ਵੀ ਨਹੀਂ ਹੋਣਾ, ਤੁਸੀਂ ਉਹ ਪਾਈ ਚਲੋ। ਪਰ ਦੂਸਰੇ ਮੁੱਦੇ ਆ ਜਿਹੜੇ ਉਹ ਉੱਥੇ ਸੰਸਦ ਦੇ ਵਿੱਚ ਇਹਦੇ ਹੇਠਾਂ ਦਬ ਗਏ ਆ। ਤਾਂ ਕਰੋਨਾ ਦੇ ਮਾਮਲੇ 'ਚ ਬਹੁਤ ਆਸਾਨੀ ਨਾਲ ਨਿਕਲ ਰਹੇ ਨੇ ਕਿਉਂਕਿ ਉਹ ਇੱਕ ਬਹੁਤ ਵੱਡਾ ਘੇਰਾ ਸੀ ਉਹਨਾਂ ਲਈ, ਉਧਰੋਂ ਬਚ ਰਹੇ ਨੇ। ਉਹਨਾਂ ਨੂੰ ਤਾਂ ਸਗੋਂ ਜਸੂਸੀ ਕਾਂਡ ਹਾਲ ਦੀ ਕਦੀ ਬਚਾ ਰਿਹਾ ਕਿਉਂਕਿ ਉਹਨਾਂ ਦੇ ਭਗਤ ਕਦੇ ਮੰਨਣਗੇ ਨਹੀਂ ਕਿ ਗਲਤ ਆ। ਉਹ ਤਾਂ ਕਹਿਣਗੇ ਕਿ ਰਾਸ਼ਟਰ ਦੇ ਹਿੱਤ ਦੇ ਵਿੱਚ ਇਹ ਸਹੀ ਆ। ਇਹ ਤਾਂ ਸਾਰੇ ਦੇਸ਼ ਧਰੋਹੀ ਆ ਜਿਨ੍ਹਾਂ ਦੀ ਸਾਰੀ ਚੈਕਿੰਗ ਕੀਤੀ ਜਾ ਰਹੀ ਆ, ਚੈਕਿੰਗ ਹੋ ਰਹੀ ਆ। ਦੂਜੇ ਪਾਸੇ ਗੱਲ ਇਹ ਆ ਕਿ ਹੁਣ ਅਹਿਮ ਮੁੱਦਾ ਤੇ ਇਹੀ ਸੀਗਾ, ਉਹ ਕਹਿੰਦੇ ਸਾਡੇ ਕੋਲ ਆਕਸੀਜਨ ਨਾਲ ਜਿਹੜੀਆਂ ਡੈਥ ਹੋਈਆਂ ਨੇ ਉਹਦਾ ਕੋਈ ਅੰਕੜਾ ਹੀ ਨਹੀਂ ਹੈਗਾ। ਇਹ ਕਮਾਲ ਦੀ ਗੱਲ ਆ। ਉਹ ਕਹਿੰਦੇ ਸਰਕਾਰਾਂ ਨੇ ਘੱਲਿਆ ਹੀ ਨਹੀਂ। ਆ ਪੰਜਾਬ ਸਰਕਾਰ ਨੂੰ ਪੁੱਛ ਲੈਣ ਕਿ ਹਾਂ ਭਾਈ
ਤੁਸੀਂ ਕਿਉਂ ਨਹੀਂ ਘੱਲਿਆ? ਕਿਉਂਕਿ ਇੱਥੇ ਵੀ ਮੌਤਾਂ ਹੋਈਆਂ ਸੀਗੀਆਂ ਕੁਛ। ਦਿੱਲੀ ਨੂੰ ਪੁੱਛ ਲੈਣ, ਜਿਹੜੀਆਂ ਦੂਜੀਆਂ ਸਰਕਾਰਾਂ ਆ ਉਹਨਾਂ ਨੂੰ ਤਾਂ ਪੁੱਛਿਆ ਜਾ ਸਕਦਾ ਨਾ ਕਿ ਤੁਸੀਂ ਅੰਕੜਾ ਕਿਉਂ ਨਹੀਂ ਘੱਲਿਆ। ਇਹਦਾ ਮਤਲਬ ਕਿ ਉਹ ਵੀ ਬਦਨਾਮੀ ਤੋਂ ਡਰਦੇ ਸੀਗੇ ਕਿ ਅੰਕੜਾ ਸਾਡਾ ਰਿਕਾਰਡ ਦੇ ਵਿੱਚ ਜਾਊਗਾ, ਅਸੀਂ ਵੀ ਬਦਨਾਮ ਹੋਵਾਂਗੇ, ਉਹ ਵੀ ਹੋਣਗੇ। ਪਰ ਇਹ ਤੇ ਸੱਚ ਆ ਨਾ, ਇਹ ਤਾਂ ਪ੍ਰਤੱਖ ਆ। ਜਿਨ੍ਹਾਂ ਦੇ ਬੰਦੇ ਤੜਫ ਕੇ ਦਮ ਤੋੜੇ ਆ, ਜਦੋਂ ਚੈਨਲਾਂ ਤੇ ਖਬਰਾਂ ਆ ਰਹੀਆਂ ਸੀਗੀਆਂ, ਭਾਰਤ ਸਰਕਾਰ ਨੇ ਉਦੋਂ ਕਿਉਂ ਨਹੀਂ ਕੰਡਮ ਕੀਤਾ ਭਾਈ? ਉਦੋਂ ਕਿਉਂ ਨਹੀਂ ਕੀਤਾ? ਔਰ ਜਿਹੜੇ ਬੰਦਿਆਂ ਦੇ ਬੰਦੇ ਇਸ ਤਰ੍ਹਾਂ ਮਰੇ ਆ, ਉਹਨਾਂ ਨੂੰ ਕਾਲ ਕਰ ਲਓ ਕਿ ਹਾਂ ਭਾਈ ਤੁਹਾਡਾ ਅੰਕੜਾ ਨਹੀਂ ਹੈਗਾ, ਬੜਾ ਜਿਹਾ ਦੱਸਿਓ ਕਿੰਨੇ ਕੁ ਮਰੇ, ਤੁਹਾਨੂੰ ਪਤਾ ਲੱਗ ਜੂ, ਚਾਨਣ ਹੋ ਜੂ ਜੀ। ਲਓ ਕਾਲ ਲੈ ਲੈਂਦੇ ਆ, ਫਿਰ ਅਗਲਾ ਕੁਐਸਚਨ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮਿੰਟੂ ਭਾਜੀ, ਆਪਾਂ ਥੋੜਾ ਜਿਹਾ ਦੂਰਅੰਦੇਸ਼ੀ ਨਾਲ ਦੱਸਿਓ। ਇੱਕ ਤਾਂ ਆਪਣੇ ਸ਼ਾਇਰੀ ਔਨ ਟੌਪ ਸਿੱਧੂ ਭਾਜੀ ਹੁਣਾਂ ਦਾ, ਹਾਂਜੀ ਹਾਂਜੀ, ਵੀ ਇਹ ਟੋਟਲ ਕਾਂਗਰਸ ਦੇ ਮੇਰੇ ਖਿਆਲ 70 MLA ਆ। ਹਾਂਜੀ, 80 ਦੇ ਕਰੀਬ ਹੈ ਜੀ। ਅੱਛਾ, 80 ਦੇ। ਤੇ ਤੁਹਾਡੇ ਅੰਦਾਜ਼ੇ ਨਾਲ ਕਿੰਨੇ ਹੋਣਗੇ ਸਿੱਧੂ ਨਾਲ ਅਪਰੋਕਸੀਮੇਟ? ਮੇਰੇ ਖਿਆਲ ਦੇ ਨਾਲ ਅੱਧ ਤੱਕ ਤੇ ਆ ਗਏ ਜੀ, ਅੱਧ ਤੋਂ ਕ੍ਰਾਸ ਹੀ ਹੋ ਗਏ ਹੋਣੇ ਆ। ਚਲੋ ਜੀ, 40 ਕੁ ਰੱਖ ਲੈਂਦੇ ਆਪਾਂ, ਹਨਾ। ਹਾਂਜੀ, ਤੇ ਜੇ ਇਹ 40 ਚਾਹਣ ਤੇ ਨਾਲ ਥੋੜੇ ਜਿਹੇ ਮੈਨੂੰ ਲੱਗਦਾ ਵੀ ਅਗਰ ਸਿੱਧੂ ਚਾਹਵੇ, ਜਸਟ ਤੁਸੀਂ ਆਪਣਾ ਦੂਰਅੰਦੇਸ਼ੀ ਦੱਸੋ ਵੀ ਕੀ ਇਹ ਹੋ ਸਕਦਾ ਵੀ ਅਗਰ 15-20 ਜਿਹੜੇ MLA ਦੂਜੇ ਆਮ ਆਦਮੀ ਪਾਰਟੀ ਦੇ ਆ, ਅਗਰ ਉਹ ਸਮਰਥਨ ਦੇ ਦੇਣ 40 ਸਿੱਧੂ ਵਾਲਿਆਂ ਨਾਲ, ਇਹ ਜਾ ਕੇ ਉੱਥੇ ਆਪਣਾ ਬੇਭਰੋਸਗੀ ਮਤਾ ਪਾ ਦੇਣ ਆਪਣੇ ਕੈਪਟਨ ਦੇ ਖਿਲਾਫ ਤੇ ਮੁੱਖ ਮੰਤਰੀ ਆਪਣਾ ਨਵਾਂ ਅਲਾਓ ਕਰ ਦੇਣ, ਆਪਣੀ ਕੈਬਨਿਟ ਨਵੀਂ ਬਣਾ ਸਕਦੇ ਆ? ਇਹ ਪੋਸੀਬਲ ਹੋ ਸਕਦਾ? ਨਹੀਂ, ਉਹ ਤਾਂ ਦੇਖੋ ਗੱਲ, ਆਮ ਆਦਮੀ ਪਾਰਟੀ ਵਾਲੇ ਤਾਂ ਕਿਉਂ ਸਮਰਥਨ ਦੇਣਗੇ ਇਹਨਾਂ ਨੂੰ ਐਨ ਮੌਕੇ ਤੇ? ਉਹ ਤਾਂ ਕਿਉਂ ਦੇਣਗੇ ਸਮਰਥਨ? ਉਹਨਾਂ ਦੇ ਵਿੱਚੋਂ ਤੇ ਆਪਦੇ ਜਿਹੜੇ ਬੰਦੇ ਆ ਕੁਛ ਇੱਧਰ ਤੁਰੇ ਫਿਰਦੇ ਆ। ਸੁਖਪਾਲ ਖਹਿਰਾ ਤੇ ਕੈਪਟਨ ਅਮਰਿੰਦਰ, ਉਹ ਤਾਂ ਮੁਖਾਲਫਤ ਕਰ ਰਿਹਾ ਸੀ ਪਹਿਲਾਂ ਪ੍ਰਧਾਨ ਬਣਨ ਦੀ। ਸੋ ਉਹ ਤਾਂ ਬੜੀ ਉਮੀਦ ਘੱਟ ਹੈ, ਹਾਈਪੋਥੈਟੀਕਲ ਗੱਲ ਆ। ਚਲੋ ਆਪਾਂ ਉਹ ਇਹਨੂੰ ਅੱਗੇ ਤੋਰ ਦਿੰਦੇ ਆ। ਗੱਲ ਇਹ ਆ ਕਿ ਅੱਜ ਪਤਾ ਲੱਗ ਜਾਏਗਾ, ਮੈਂ ਤੁਹਾਨੂੰ ਦੱਸ ਰਿਹਾ ਨਾ ਵਾਰ-ਵਾਰ, ਕਿ ਅੱਜ ਸਿੱਧੂ ਨੇ ਸਭ ਨੂੰ ਕਾਲ ਕੀਤੀ ਆ ਕਿ ਆਓ ਪ੍ਰਧਾਨ ਦੇ ਤੌਰ ਤੇ। ਪਹਿਲੀ ਕਾਲ ਹੈ, ਆਫੀਸ਼ੀਅਲੀ ਕਾਲ ਹੈ ਉਹਦੀ। ਪਹਿਲਾਂ ਉਹ ਆਪ ਜਾਂਦਾ ਰਿਹਾ, ਉਹਦੀ ਪਹਿਲੀ ਆਫੀਸ਼ੀਅਲੀ ਕਾਲ ਆ ਕਿ ਆਓ। ਹੁਣ ਕਿੰਨੇ ਆਉਂਦੇ ਉੱਥੇ ਪਤਾ ਲੱਗ ਜਾਏਗਾ। ਔਰ ਦੂਜੀ ਗੱਲ ਇਹ ਕਿ ਜੇ ਸਿੱਧੂ ਕੋਲ 60-65 ਹੁੰਦੇ ਆ ਵਿਧਾਇਕ, ਤੇ ਵਿਧਾਇਕ ਦਲ ਦਾ ਨੇਤਾ ਚੁਣਨਾ ਹੈ, ਵਿਧਾਇਕ ਦਲ ਦਾ ਨੇਤਾ ਚੁਣਿਆ ਜਾ ਸਕਦਾ, ਪਰ ਉਹਦੇ ਵਾਸਤੇ ਪ੍ਰਵਾਨਗੀ ਲੈਣੀ ਹੋਏਗੀ ਹਾਈ ਕਮਾਂਡ ਦੀ। ਹਾਈ ਕਮਾਂਡ ਦੀ ਪ੍ਰਵਾਨਗੀ ਲਾਜ਼ਮੀ। ਉਹੀ ਗੱਲ ਕਰਦਾ ਵੀ ਜੇ MLA ਜ਼ਿਆਦਾ, ਜਿਹੜੀ ਮੈਜੋਰਟੀ ਆਫ MLA ਆ, ਇਨ ਕੇਸ ਜੇ ਸਿੱਧੂ ਵੱਲ ਆ ਜਾਣ ਤਾਂ ਉਹ ਵਿਧਾਇਕ ਨੇਤਾ ਦਲ ਦਾ ਵੀ ਤੇ CM ਦਾ ਵੀ, ਇਹ ਆਪਣੀ ਮਤਲਬ ਕੈਬਨਿਟ ਪੂਰੀ ਇਨਕਲੂਡਿੰਗ ਵਿਧਾਇਕ ਦਲ ਦਾ ਨੇਤਾ ਹੀ CM ਬਣਦਾ ਨਾ ਸਰ। ਪਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਉਹਦੇ ਚ ਕੰਸੈਂਟ ਤਾਂ ਉਹਨਾਂ ਦਾ ਵੀ ਹੋਏਗਾ ਨਾ, ਰਾਹੁਲ ਗਾਂਧੀ ਹੋਰਾਂ ਦਾ, ਕਿ ਇਦਾਂ ਕੀਤਾ ਜਾਣਾ ਚਾਹੀਦਾ, ਕਿਉਂਕਿ ਕੈਪਟਨ ਨੂੰ ਵੀ ਹੁਣ ਨਹੀਂ ਛੱਡ ਸਕਦੇ। ਨਹੀਂ ਕਰਨਗੇ, ਉਹ ਏਦਾਂ ਕਰਨਗੇ ਵੀ ਨਹੀਂ, ਸਿੱਧੂ ਵੀ ਨਹੀਂ ਕਰੂਗਾ, ਕਿਉਂਕਿ ਡਿਫਾਲਟ ਹੋ ਜਾਏਗੀ ਨਾ ਪਾਰਟੀ। ਫਿਰ ਉਹ ਚਲੋ ਜਿੱਤਦੇ ਉਹ ਵੀ ਨਹੀਂ, ਪਰ ਇਹ ਜਿੱਤਣ ਇਹਨਾਂ ਨੂੰ ਨਹੀਂ ਦਿੰਦੇ ਫਿਰ ਕਈ ਥਾਵਾਂ ਤੇ ਜੀ ਸਿੱਧੂ। ਤੇ ਇੱਕ ਚੀਜ਼ ਹੋਰ ਮੈਂ ਥੋੜਾ ਹਟ ਕੇ ਸਵਾਲ ਕਰੂੰਗਾ, ਉਹ ਕਰੂੰਗਾ ਮੈਂ ਜਿਹੜਾ ਪੰਜਾਬ 'ਚ ਅੱਜ ਕੱਲ੍ਹ ਮੁੱਦਾ ਛਾਇਆ ਆ ਆਪਣੇ ਲਵਪ੍ਰੀਤ ਕੇਸ ਦਾ। ਹਾਂਜੀ, ਉਹਦੇ ਵਿੱਚ ਮਿੰਟੂ ਭਾਜੀ ਤੁਸੀਂ ਦੇਖਿਆ ਹੋਣਾ ਵੀ ਕੱਲ੍ਹ ਪਰਸੋਂ ਦੀਆਂ ਖਬਰਾਂ ਉਹ ਆ ਰਹੀਆਂ ਜੀ, ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਕੋਈ ਪ੍ਰੈਸ ਕਾਨਫਰੰਸ ਹੋਈ ਸੀ ਤੇ ਉੱਥੇ ਪੰਜਾਬੀ ਮੀਡੀਆ ਕੁਛ ਨਾ ਏਦਾਂ ਦੀਆਂ ਖਬਰਾਂ ਲਾ ਲਿਆ ਜੀ, ਮਨੀਸ਼ਾ ਗੁਲਾਟੀ ਦੀ ਚਿੱਠੀ ਦਾ ਜਵਾਬ ਦਿੱਤਾ ਸਭ ਦੇ ਸਾਹਮਣੇ, ਜਦ ਕਿ ਮੈਂ ਉਹ ਪ੍ਰੈਸ ਕਾਨਫਰੰਸ ਸੁਣੀ ਆ, ਉਹਦੇ ਵਿੱਚ ਕਿਤੇ ਵੀ ਜਸਟਿਨ ਟਰੂਡੋ ਨੇ ਮਨੀਸ਼ਾ ਗੁਲਾਟੀ ਦੀ ਲੈਟਰ ਦਾ ਜਾਂ ਉਹਨਾਂ ਦਾ ਕੋਈ ਨਾਂ ਨਹੀਂ ਜਾਂ ਓਦਾਂ ਕੁਛ ਨਹੀਂ। ਹਾਂ, ਇੱਕ ਜਨਰਲ ਕੁਐਸਚਨ ਦਿੱਤਾ, ਆਨਸਰ ਦਿੱਤਾ ਸੀ ਵੀ ਜਿਹੜੇ ਫਰਾਡ ਕਰ ਰਹੇ ਆ ਉਹਨਾਂ ਦੇ ਰਿਗਾਰਡਿੰਗ। ਹਾਂਜੀ, ਤੇ ਹੁਣ ਉਹਦੇ ਵਿੱਚ ਦੇਖੋ ਮਨੀਸ਼ਾ ਗੁਲਾਟੀ ਜਿਹੜਾ ਐਕਚੁਅਲੀ ਐਕਸਪੋਰਟਿੰਗ ਹੋ ਰਹੀ ਆ, ਉਹ ਤਾਂ ਪੰਜਾਬ 'ਚ ਹੋ ਰਹੀ ਆ, ਘਰ ਵੀ ਪੰਜਾਬੀ ਰਹੇ ਆ, ਘਰ ਪੰਜਾਬੀਆਂ ਨਾਲ ਕਰ ਰਹੇ ਆ, ਔਰ ਪੰਜਾਬ 'ਚ ਹੋ ਰਹੀ ਆ। ਕੈਨੇਡਾ ਕਾਨੂੰਨ ਦਾ, ਕੈਨੇਡਾ ਸਰਕਾਰ ਦਾ ਤਾਂ ਉਸ ਕੋਲ ਲੈਣ ਦੇਣ ਨਹੀਂ। ਉਹ ਚਿੱਠੀ ਲਿਖ ਰਹੀ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਜੀ, ਆਖੇ ਜੀ ਪੰਜਾਬੀ ਯੂਥ ਦੇ ਨਾਲ ਐਕਸਪੋਰਟਿੰਗ ਹੋ ਰਹੀ ਆ, ਹੁਣ ਘਰ ਵੀ ਪੰਜਾਬੀ ਰਹੇ ਆ, ਕਿ ਉਹ ਤੁਕ ਬਣਦੀ ਉਹ ਚਿੱਠੀ ਲਿਖਣ ਦੀ? ਤੇ ਦੂਜੀ ਗੱਲ ਭਾਜੀ, ਇੱਕ ਨਾਲ ਸਟੋਰੀ ਮੈਂ ਹੋਰ ਐਡ ਕਰੂੰਗਾ। ਵੀਰ ਜੀ ਤੁਸੀਂ ਸ਼ਾਇਦ ਲੇਖ ਨਹੀਂ ਸੁਣਿਆ ਮੇਰਾ, ਅਸੀਂ ਘੈਂਟ ਹੁੰਨੇ ਆ, ਹਨਾ? ਮੈਂ ਨਹੀਂ ਸੁਣਿਆ ਭਾਜੀ, ਸਹੀ ਗੱਲ ਆ। ਸਾਡਾ 1 ਘੰਟੇ ਦਾ ਪ੍ਰੋਗਰਾਮ ਪਰਮਜੀਤ ਬਿਰਦੀ ਹੁਣਾਂ ਦਾ ਲੇਖ ਇਸੇ ਸੰਦਰਭ ਦੇ ਸੀ, 1 ਘੰਟਾ ਗੱਲ ਕੀਤੀ ਹੈ, ਹਨਾ? ਚਲੋ ਤੁਸੀਂ ਸਵਾਲ ਦੁਬਾਰਾ ਕਰ ਲਿਆ। ਇਹ ਮਨੀਸ਼ਾ ਗੁਲਾਟੀ ਵਾਲੇ ਮਸਲੇ ਦੇ ਉੱਤੇ ਲੰਬਾ ਚੌੜਾ ਗੱਲ ਕਰ ਚੁੱਕੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਮੈਂ ਅੱਧਾ ਮਿੰਟ ਹੋਰ ਲਊਂਗਾ ਸਰ। ਹੁਣ ਦੇਖੋ ਜਿਹੜਾ ਤਾਂ ਅਸਲੀ ਸਟੈਪ ਉਹਨਾਂ ਨੂੰ ਸਰ ਲੈਣਾ ਚਾਹੀਦਾ ਵੀ FIR ਉੱਥੇ ਹਾਲੇ ਤੱਕ ਨਹੀਂ, ਜਿੱਦਾਂ ਇੱਕ ਵਕੀਲ ਨੇ ਉੱਥੇ ਲਾਈਵ ਹੋ ਕੇ ਉਹਨੇ ਵੀਡੀਓ ਵੀ ਪਾਈ ਆ ਵੀ ਅਗਰ ਜੇ ਵਾਕਈ ਉਹ ਕੁੜੀ ਦੇ ਖਿਲਾਫ ਕਰਨਾ ਵੀ FIR ਜੇ ਦਰਜ ਹੁੰਦੀ ਆ
FIR ਦੇ ਵਿੱਚ ਉਹਦਾ ਨਾਂ ਆਉਂਦਾ ਆ ਕੁੜੀ ਦਾ, ਹਾਂਜੀ। ਤੇ ਹੁਣ ਕੈਨੇਡਾ ਦੇ ਵਿੱਚ ਉਹਦਾ ਸਟੇਟਸ ਇੱਕ ਜਸਟ ਇੱਕ ਟੈਂਪਰੇਰੀ ਵਰਕ ਪਰਮਿਟ ਤੇ ਆ ਉਹ, ਕਿਉਂਕਿ ਨਾ ਉਹ ਕੈਨੇਡੀਅਨ PR ਆ ਨਾ ਉਹ ਦੂਜਾ। ਉਹਦੇ ਚ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਜਿਹੜੀ ਇਨਵੋਲਵਮੈਂਟ ਉਹ ਮੇਰਾ ਖਿਆਲ ਆ ਵੀ ਜ਼ਰੂਰੀ ਨਹੀਂ ਹੁੰਦੀ, ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਹੈਗੀ। ਉਹ ਤਾਂ ਹੋ ਸਕਦੀ, ਹਾਂਜੀ ਜੀ ਉਹ ਤਾਂ ਫਸਦੀ ਇੱਕ ਚੱਕਰ ਦੇ ਵਿੱਚ ਆ ਕਿ ਜੇ ਉਹਨੇ ਇੱਥੇ ਆ ਕੇ ਆਪਣੀ ਇੱਕ ਤਾਂ ਮੈਰਿਜ ਸ਼ੋ ਨਹੀਂ ਕੀਤੀ, ਹਾਂ ਐਜ਼ ਏ ਸਟੂਡੈਂਟ ਵੀ ਉਹਨੂੰ ਐਂਟਰੀ ਲੈਣ ਲੱਗਿਆ ਕਾਲਮ ਭਰਨਾ ਪੈਣਾ, ਹਾਂਜੀ। ਮੈਂ ਗਿਆ ਕੇ ਵਿਆਹ ਕਰਾ ਕੇ ਆਈ, ਉੱਥੇ ਉਹਦਾ ਜਿਹੜਾ ਕਾਲਾ ਮਾਲਾ PR ਵਾਸਤੇ ਬਹੁਤ ਲੰਬਾ ਚੌੜਾ ਉਹਨੂੰ ਨੱਕ ਖਾਣੀ ਡੀਕਾਂ ਕਢਾਊਗਾ ਮਹਿਕਮਾ। ਮੈਂ ਐਕਚੁਅਲੀ ਜਿਹੜੇ ਪਹਿਲਾ ਸਟੈਪ ਦੀ ਗੱਲ ਕਰਦਾ ਸੀ ਆਪਣੇ ਮਨੀਸ਼ਾ ਗੁਲਾਟੀ ਦੇ, ਵੀ ਜੇ ਉਹ ਵਾਕਈ ਹੈਲਪ ਕਰਨਾ ਚਾਹੁੰਦੀ ਆ, ਵੀ ਅਗਰ FIR ਦਰਜ ਹੁੰਦੀ, ਉਹਦੇ ਵਿੱਚ ਕੁੜੀ ਦਾ ਨਾਂ ਆਉਂਦਾ ਤੇ ਕੁੜੀ ਉਹਦੀ ਇਨਵੈਸਟੀਗੇਸ਼ਨ ਸਟਾਰਟ ਹੁੰਦੀ, ਪੁਲਿਸ ਵਾਲੇ ਜਾਂਦੇ ਕੁੜੀ ਦੇ ਘਰ ਵੀ ਸਾਨੂੰ ਇਨਵੈਸਟੀਗੇਸ਼ਨ ਲਈ ਕੁੜੀ ਚਾਹੀਦੀ ਆ, ਕੁੜੀ ਨੇ ਹਾਜ਼ਰ ਨਹੀਂ ਸੀ ਹੋਣਾ। ਹੁਣ ਮਿੰਟੂ ਭਾਜੀ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਵੀ ਜਦੋਂ ਤੁਸੀਂ ਬਾਰ-ਬਾਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪਾਰਟੀ ਹਾਜ਼ਰ ਨਹੀਂ ਹੁੰਦੀ ਤਾਂ ਫਿਰ ਉਹ ਮਤਲਬ ਕਿ ਕੋਰਟ ਵੱਲੋਂ ਉਹਨੂੰ ਵਾਰੰਟ ਜਾਂ ਭਗੌੜਾ ਕਰਾਰ ਦਿੱਤਾ ਜਾਂਦਾ, ਤੇ ਫਿਰ ਉਹ ਪੁਲਿਸ ਹੀ ਆਪਣੇ ਲੈਵਲ ਦੇ ਉੱਤੇ ਕੈਨੇਡਾ ਤੋਂ ਮੰਗ ਸਕਦੀ ਵੀ ਸਾਨੂੰ ਇਹ ਕੁੜੀ ਇਨਵੈਸਟੀਗੇਸ਼ਨ ਚ ਲੜੀਂਦੀ ਆ ਇਹਦੇ ਹਸਬੈਂਡ ਦੇ ਸੁਸਾਈਡ ਕੇਸ ਦੇ ਵਿੱਚ। ਮਿਹਰਬਾਨੀ ਜਨਾਬ, ਥੈਂਕ ਯੂ। ਹਾਂਜੀ ਸਹੀ ਹੈ ਜੀ, ਇਹਨਾਂ ਦੀ ਗੱਲ 101% ਸਹੀ ਆ ਕਿ ਤੁਸੀਂ ਉੱਥੇ ਲੈਟਰ ਲਿਖੀ ਜਾਂਦੇ ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਇੱਥੇ ਤੁਹਾਡੇ FIR ਨਹੀਂ ਹੈ। ਔਰ ਦੂਜੀ ਗੱਲ, ਤੁਸੀਂ ਜਨਾਨਾ ਕਮਿਸ਼ਨ ਦੇ ਚੇਅਰਪਰਸਨ ਹੋ ਤੇ ਇੱਥੇ ਤੇ ਧੱਕਾ ਮਰਦਾਨਿਆਂ ਨਾਲ ਹੋ ਰਿਹਾ, ਮਰਦਾਂ ਨਾਲ ਹੋ ਰਿਹਾ। ਤੁਸੀਂ ਮਰਦਾਨਾ ਕਮਿਸ਼ਨ ਵੀ ਬਣਾਓ ਨਾ ਇੱਕ, ਫਿਰ ਬਿਲਕੁਲ ਮਰਦਾਨਾ ਕਮਿਸ਼ਨ ਬਣਾਓ ਆਪਣੀ ਸਰਕਾਰ ਤੋਂ। ਦੂਜੀ ਗੱਲ, ਬਿਲਕੁਲ ਭਾਈ ਸਾਹਿਬ ਦੀ ਗੱਲ ਸਹੀ ਹੈ ਕਿ ਦੇਖੋ ਪਹਿਲਾਂ ਤੇ ਇਹ ਆ ਕਿ ਤੁਹਾਡੇ ਕੋਲ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੈਗੀ ਆਪਦੀ ਕੜੀ, ਇੰਨੇ ਦਿਨ ਹੋ ਗਏ ਆ ਮੁੰਡੇ ਦੀ ਪੋਸਟਮਾਰਟਮ ਰਿਪੋਰਟ। ਕਿਉਂਕਿ ਦੇਖੋ ਇਹ ਗੱਲਾਂ ਨਾ ਸਾਡੇ ਮੀਡੀਆ ਦੇ ਚਰਚੇ ਖਲੋਂਦੇ ਨੇ ਉੱਥੇ, ਨਾ ਲੋਕਾਂ ਦੀਆਂ ਭਾਵਨਾਵਾਂ ਖਲੋਂਦੀਆਂ, ਕਾਨੂੰਨ 'ਚ ਸਬੂਤ ਬੋਲਦੇ ਆ। ਬਿਲਕੁਲ ਉੱਥੇ ਕਚਹਿਰੀ ਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਨੇ ਬੋਲਣਾ ਹੈ ਕਿ ਵਜ੍ਹਾ ਮੌਤ ਕੀ ਆ। ਜੇ ਉਹ ਕਹਿ ਰਹੇ ਆ ਕਿ ਸੁਸਾਈਡ ਆ, ਪਹਿਲਾਂ ਸੁਸਾਈਡ ਪ੍ਰਮਾਣਿਤ ਤਾਂ ਹੋ ਜੇ ਨਾ ਕਿ ਇਸ ਚੀਜ਼ ਨਿਗਲ ਨਾਲ ਜਾਂ ਕੁਝ ਵੀ ਆ। ਮੈਂ ਇਸ ਮਾਮਲੇ ਦੀ ਗੱਲ ਨਹੀਂ ਕਰਦਾ ਕਿ ਫੰਦਾ ਲੱਗਿਆ ਜਾਂ ਕੁਝ ਵੀ ਆ, ਬਾਹ ਲਾ ਕੇ ਲਿਆ, ਅੱਗ ਲਾ ਕੇ, ਉਹ ਚੀਜ਼ ਪੋਸਟਮਾਰਟਮ ਦੇ ਵਿੱਚ ਪ੍ਰਮਾਣਿਤ ਹੁੰਦੀ ਹੈ। ਉਸ ਤੋਂ ਬਾਅਦ ਹੀ ਟ੍ਰਾਇਲ ਚੱਲਦਾ। ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਉਸ ਤੋਂ ਬਾਅਦ ਫਿਰ ਤਾਂ ਹੀ ਫੋਰਨ ਮਿਨਿਸਟਰੀ ਵੀ ਇਨਵੋਲਵ ਹੋਏਗੀ ਨਾ ਇਹਦੇ ਚ ਹੋਮ ਮਿਨਿਸਟਰੀ ਦਾ ਤਾਂ ਕੋਈ ਕੰਮ ਨਹੀਂ ਹੁੰਦਾ, ਇਹਦੇ ਚ ਕੰਮ ਹੈ ਅਸਲ ਦੇ ਵਿੱਚ ਫੋਰਨ ਮਿਨਿਸਟਰੀ ਦਾ। ਉਹ ਤਾਂ ਹੀ ਇਨਵੋਲਵ ਹੋਏਗੀ ਜੇ ਕੋਈ FIR ਕੱਟੀ ਗਈ ਹੋਏਗੀ। ਜੀ ਬਿਲਕੁਲ ਇਹਨਾਂ ਦਾ ਸਵਾਲ ਵਾਜਬ ਆ ਕਿ ਇਧਰਲੇ ਪਾਸੇ ਕੋਈ ਧਿਆਨ ਨਹੀਂ ਦਿੰਦਾ। ਮਨੀਸ਼ਾ ਗੁਲਾਟੀ ਜੀ ਆ ਜਿਹੜੇ ਉਹ ਮਤਲਬ ਕਿ ਹੁਣ ਸਰਕਾਰ ਦੇ ਆਖਰੀ ਪੜਾਅ ਤੇ ਥੋੜੇ ਐਕਟਿਵ ਹੋਏ ਆ। ਕੋਈ ਗੱਲ ਨਹੀਂ, ਉਹਨਾਂ ਦਾ ਐਕਟਿਵਿਜ਼ਮ ਜਿਹੜਾ ਆ ਠੀਕ ਆ, ਬਸ ਚੱਲੀ ਜਾਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਟਰੂਡੋ ਉਹਨਾਂ ਦੀ ਚਿੱਠੀ ਤੇ ਕੋਈ ਜਵਾਬ ਦੇ ਨਾ ਜੀ, ਨਾ ਟਾਈਮਿੰਗ ਰਲ ਗਈ ਆ, ਸਾਡੇ ਟਾਈਮਿੰਗ ਰਲ ਗਈ। ਉਹਨਾਂ ਨੇ ਲੈਟਰ ਲਿਖਿਆ ਕੁਝ ਘੰਟੇ ਪਹਿਲਾਂ, ਬਾਅਦ ਦੇ ਵਿੱਚ ਉਹੀ ਸਵਾਲ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਆ ਗਿਆ, ਉਹਨਾਂ ਨੇ ਜਵਾਬ ਦੇ ਦਿੱਤਾ। ਜਵਾਬ ਵੀ ਵਧੀਆ ਠੀਕ ਲੱਗਿਆ ਮੈਨੂੰ ਕਿ ਹਾਂ ਭਾਈ ਖਾਸ ਮਾਮਲਿਆਂ 'ਚ ਜਿਹੜੀ ਕੋਈ ਤੁਸੀਂ ਕਰਦੇ ਹੋ ਤਾਂ ਅਸੀਂ ਸਖਤਾਈ ਕਰਾਂਗੇ ਜੇ ਕੋਈ ਏਦਾਂ ਦਾ ਮਾਮਲਾ ਸਾਹਮਣੇ ਆਉਂਦਾ, ਪਰ ਰੋਜ਼ਗਾਰ ਦੇ ਮੌਕੇ ਅਸੀਂ ਬੰਦ ਨਹੀਂ ਕਰਾਂਗੇ। ਔਰ ਸ਼ਾਬਾਸ਼ੇ ਸਾਡੇ ਪ੍ਰਧਾਨ ਮੰਤਰੀ ਦੇ ਕਿ ਉਹਨੇ ਕਿਸੇ ਪੱਤਰਕਾਰ ਦੀ ਸਵਾਲ ਦੇ ਉੱਤੇ ਜਿਹੜਾ ਜਵਾਬ ਤਾਂ ਦਿੱਤਾ, ਉੱਥੇ ਮਤਲਬ ਗੋਂਗਲੂਆਂ ਤੋਂ ਮਿੱਟੀ ਝਾੜ ਦੇਣਾ ਸੀ, ਉੱਥੇ ਜਿਹੜਾ ਤੁਸੀਂ FIR ਦਰਜ ਨਹੀਂ ਕਰਾ ਸਕੇ। ਮਨੀਸ਼ਾ ਗੁਲਾਟੀ ਜੀ, ਤੁਹਾਡੇ ਨੂੰ ਕੁਐਸਚਨ ਆ, ਤੁਹਾਡੇ ਕੋਲ ਉਹਦੀ ਕੋਈ ਰਿਪੋਰਟ ਨਹੀਂ ਹੈਗੀ ਵੀ ਡੈਥ ਕਿਵੇਂ ਹੋਈ, ਕਿਸ ਤਰੀਕੇ ਨਾਲ, ਉੱਥੇ ਉਹ ਚੱਕਰਾ ਵੱਖਰ ਜਿਹੜਾ ਹੈ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਸਾਡਾ ਜਿਹੜਾ ਮਤਲਬ ਸਤਿਕਾਰਯੋਗ ਮੀਡੀਆ, ਮੈਂ ਕਹੂੰਗਾ, ਚਲੋ ਯਾਰ ਤੁਸੀਂ ਜੇ ਕਿਸੇ ਨੇ ਤੁਹਾਨੂੰ ਸਮਾਂ ਦੇਤਾ ਇੰਟਰਵਿਊ ਕਰਨ ਦਾ ਤਾਂ ਤੁਸੀਂ ਇੰਨੀ ਚਿਮਚਾਗਰੀ ਮਾਰਦੇ ਹੋ, ਇੰਨਾ ਫੁਕਰਾਪਨ ਦਿਖਾਉਂਦੇ ਹੋ। ਸਵਾਲ ਜਿਹੜੇ ਕਰਨ ਵਾਲੇ ਨੇ ਉਹ ਤੁਸੀਂ ਕਰਦੇ ਨਹੀਂ। ਤੁਹਾਨੂੰ ਕਿਸੇ ਨੇ ਇੰਟਰਵਿਊ ਲਈ ਸਮਾਂ ਕਿਸੇ ਨੇ ਕੀ ਦੇ ਦਿੱਤਾ, ਤੁਸੀਂ ਤੇ ਗੁੱਡੀ ਚਾੜਨ ਲੱਗਿਆ, ਵੇਖਦੇ ਨਹੀਂ ਕਿ ਸਵਾਲ ਕਰਨਾ ਕੀ ਆ। ਤੁਹਾਡਾ ਹੱਕ ਹੈ ਸਵਾਲ ਕਰਨਾ, ਅਗਲੇ ਦਾ ਹੱਕ ਹੈ ਜਵਾਬ ਦੇਣਾ। ਠੋਕ ਕੇ ਕੋਈ ਤਿਆਰੀ ਕਰਕੇ ਜਾਓਗੇ ਤਾਂ ਫੇਰ ਸਵਾਲ ਹੈ ਨਾ। ਤਿਆਰੀ ਕਰਕੇ ਜਾਓਗੇ, ਤਿਆਰੀ ਕਰਨ ਵਾਲਿਆਂ ਨੂੰ ਤੂੰ ਸਮਾਂ ਵੀ ਨਹੀਂ ਦਿੰਦੇ। ਤਿਆਰੀ ਕਰਕੇ ਜਿਹੜਾ ਸਵਾਲ ਕਰਦਾ ਨਾ ਉਹਨੂੰ ਸਮਾਂ ਵੀ ਨਹੀਂ ਦਿੰਦੇ, ਪਤਾ ਵੀ ਸਿੱਧੀਆਂ ਹੋਣੀਆਂ। ਸੋ ਇਸ ਕਰਕੇ ਠੀਕ ਹੈ, YouTube ਤੇ ਸੋਸ਼ਲ ਨੈਟਵਰਕ ਮੀਡੀਆ ਤੇ ਤੁਸੀਂ ਮੀਡੀਆ ਕਰਮੀ ਬਣੇ ਹੋ, ਜੀ ਸਦਕੇ ਵੈਲਕਮ ਆ, ਪਰ ਐਥੀਕਲੀ ਕੁਝ ਤੁਹਾਡੇ ਸਵਾਲ ਇਹੋ ਜਿਹੇ ਵੀ ਹੋਣੇ ਚਾਹੀਦੇ ਨੇ ਕਿ ਜਿਵੇਂ ਮਿੰਟੂ ਜੀ ਨੇ ਕੀਤਾ ਵੀ ਤੁਸੀਂ ਡਿਪਾਰਟਮੈਂਟ ਕਿਹੜਾ, ਤੁਹਾਡੇ ਕੋਲ ਮਹਿਕਮਾ ਕਿਹੜਾ। ਇੱਥੇ ਤੇ ਮਰਦ ਨਾਲ ਧੱਕਾ ਹੋ ਰਿਹਾ। ਹੋਰ ਵੀ ਕਈ ਕੇਸਾਂ ਦੇ ਵਿੱਚ ਜਿਹੜਾ ਹੈ ਉਹ ਕਾਲਾਪਨ ਜਿਹੜਾ ਸਾਡੇ ਉਥੋਂ ਦੇ ਜਿਹੜੇ ਚਾਹੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੀ ਚੇਅਰਮੈਨ ਜਿਹੜੇ ਨੇ ਉਹ ਕਰਦੇ ਨੇ, ਆਪਾਂ ਵੇਖਦੇ ਹੀ ਹਾਂ।
ਨਹੀਂ, ਇਹਦੇ 'ਚ ਇੱਕ ਚੀਜ਼ ਹੋ ਰਿਹਾ ਕਿ ਦੇਖੋ ਜਿਹੜੀ ਗੁਲਾਟੀ ਸਾਹਿਬ ਮੈਮ ਗੁਲਾਟੀ ਕਰ ਸਕਦੇ ਆ, ਉਹ ਇਹ ਆ, ਹਾਂਜੀ ਗੱਲ ਇਹ ਆ ਕਿ ਦੇਖੋ ਜਦੋਂ ਪਿੱਛੇ ਜੇ ਸੁਸ਼ਮਾ ਸਵਰਾਜ ਸੀਗੇ ਵਿਦੇਸ਼ ਮੰਤਰੀ, ਤੇ ਉਹਨਾਂ ਨੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਸੀਗੇ ਮਤਲਬ ਕਿ ਸ਼ਾਦੀ ਦੇ ਨਾਮ ਤੇ ਜਿਹੜੇ ਫਰਾਡ ਕਰ ਗਏ ਤੇ ਮੁੜ ਕੇ ਉਹ ਆਏ ਨਹੀਂ ਤੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜਦੋਂ ਉਸ ਮਾਮਲੇ 'ਚ ਇੱਕ ਲਾਅ 'ਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਜਾਊਗੀ, ਉਹਨਾਂ ਦੇ ਪਾਸਪੋਰਟ ਜਲਦੀ ਰੱਦ ਹੋ ਜਾਣਗੇ, ਸਾਰੀਆਂ ਸਹੂਲਤਾਂ ਰੱਦ ਹੋ ਜਾਣ। ਬਿਲਕੁਲ ਬਿਲਕੁਲ। ਤੇ ਇਸ ਮਾਮਲੇ 'ਚ ਵੀ ਇੱਕ ਲਾਅ ਲਏ ਹੋ ਨਾ ਕਿ ਨਹੀਂ ਜੇ ਤੁਸੀਂ, ਹਾਂਜੀ ਮਨੀਸ਼ਾ ਗੁਲਾਟੀ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਕੁੜੀ ਕਸੂਰਵਾਰ ਹੈ, ਕੈਨੇਡਾ ਦੀ ਸਰਕਾਰ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ, ਉਹ ਤਾਂ ਤੁਹਾਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ, ਇਮੀਗ੍ਰੇਸ਼ਨ ਮਹਿਕਮੇ ਨੂੰ ਚਿੱਠੀ ਲਿਖਣੀ ਚਾਹੀਦੀ ਹੈ, ਜਿਹੜਾ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਆ। ਪਹਿਲਾਂ ਤੇ ਆਪਣੀ ਸਰਕਾਰ ਨੂੰ ਕਹੋ ਨਾ, ਪਹਿਲੀ ਗੱਲ ਤੇ ਆਪਣਾ ਪਹਿਲੀ ਗੱਲ ਤੇ ਕਿ ਤੁਸੀਂ ਪਹਿਲਾਂ ਤੇ ਸਵਾਲ ਇਹ ਆ ਕਿ ਤੁਸੀਂ ਅਮੈਂਡਮੈਂਟ ਲਿਆਓ ਕਿ ਜੇਕਰ ਕੁੜੀ ਇਸ ਤਰ੍ਹਾਂ ਕੋਈ ਕਰਦੀ ਹੋਈ, ਕਿਉਂਕਿ ਇਹ ਤਾਂ ਦੇਖੋ ਮੈਰਿਜਾਂ ਜਿਸ ਤਰ੍ਹਾਂ ਹੋ ਰਹੀਆਂ ਨੇ ਉਹ ਆਪਾਂ ਨੂੰ ਪਤਾ ਰੁਕਣੀਆਂ ਵੀ ਨਹੀਂ, ਔਰ ਬਹੁਤ ਸਾਰੇ ਬੱਚੇ ਜਿਹੜੇ ਆ ਇਸ ਤਰ੍ਹਾਂ ਇਸ ਰਿਸ਼ਤਿਆਂ ਦੇ ਵਿੱਚ ਵੱਜ ਕੇ ਤੇ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਰਹੇ ਆ। ਅਸੀਂ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਬਣ ਸਕਦੇ, ਕਿਤੇ ਕੋਈ ਗਲਤ ਹੈ ਕਿਤੇ ਕੋਈ ਗਲਤ ਹੈ। ਮੈਂ ਹਮੇਸ਼ਾ ਇਹੀ ਗੱਲ ਕਹਿੰਦਾ, ਕੇਸ ਦਰ ਕੇਸ ਚੀਜ਼ਾਂ ਬਦਲਦੀਆਂ ਨੇ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਇੱਕ ਲਾਅ ਲਿਓ ਇਸ ਤਰ੍ਹਾਂ ਦਾ ਕਿ ਭਾਈ ਜੇ ਤੁਸੀਂ ਕੱਲ ਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਈ ਤੁਹਾਡੀ, ਤੁਰੰਤ ਤੁਹਾਡਾ ਪਾਸਪੋਰਟ ਅਸੀਂ ਰੱਦ ਕਰ ਦਿਆਂਗੇ। ਤੁਹਾਡਾ ਜਿਹੜਾ ਉਹ ਮਤਲਬ ਕਿ ਹੋਇਆ ਜੋ ਵੀ ਹੋਇਆ, ਤੁਹਾਡੇ ਤੇ ਜਿਹੜਾ ਕੋਈ ਕੇਸ ਰਜਿਸਟਰ ਹੋਇਆ ਉਹਦੇ ਵਿੱਚ ਜਾਂਚ ਕਰਾਂਗੇ, ਜੇ ਸਹੀ ਪਾਇਆ ਗਿਆ ਫਿਰ ਤੁਹਾਡੀ ਪ੍ਰਾਪਰਟੀ ਇੱਧਰਲੀ ਵੀ ਅਟੈਚ ਹੋ ਜੂਗੀ। ਬਿਲਕੁਲ। ਔਰ ਉਹਦਾ ਤੁਸੀਂ ਉਸ ਲੜਕੀ ਦਾ ਤੁਸੀਂ ਜੇ ਇੱਥੋਂ ਤੱਕ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਰਹੇ ਹੋ ਮਨੀਸ਼ਾ ਗੁਲਾਟੀ ਜੀ, ਸਤਿਕਾਰਯੋਗ, ਕੁੜੀ ਦਾ ਪਾਸਪੋਰਟ ਤੇ ਤੁਸੀਂ ਰੱਦ ਕਰਵਾ ਸਕਦੇ ਹੋ ਨਾ, ਕਰਵਾਓ ਕੈਂਸਲ, FIR ਦਰਜ ਕਰਵਾਓ, ਪਾਓ ਜ਼ੋਰ ਪ੍ਰੈਸ਼ਰ ਪਾਓ ਸਰਕਾਰ ਦੇ ਉੱਤੇ ਵੀ ਇਹਦੇ ਕਰਕੇ ਕਤਲ ਹੋਇਆ, ਇਹ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਉੱਥੇ ਝੂਠੇ FIR ਦਰਜ ਨਹੀਂ ਕਰਵਾਉਂਦੇ, ਕਈ ਕਰਵਾਉਂਦੇ ਨੇ, ਕਈਆਂ ਦੀ ਦਰਜ ਹੋਈਆਂ ਨੇ। ਇਹ ਸੱਚੀ ਜੇ ਤੁਹਾਨੂੰ ਲੱਗਦਾ ਕਿ ਕੁੜੀ ਕਸੂਰਵਾਰ ਹੈ ਜਾਂ ਜਿਹੜੇ ਉੱਥੇ ਹੋਰ ਗਏ ਸੀ ਉਹ ਉਹਨਾਂ ਨਾਲ ਧੱਕਾ ਹੋਇਆ ਤੇ FIR ਉਹਨਾਂ ਸਾਰੀਆਂ ਕੁੜੀਆਂ ਦੇ ਵੀ ਮੁੰਡਿਆਂ ਦੇ ਪਾਸਪੋਰਟ ਤੁਸੀਂ ਕਰਵਾ ਦਿੱਤੇ ਹੋਏ, ਵੀ ਕਈਆਂ ਦੇ ਕੁੜੀਆਂ ਦੇ ਵੀ ਕਰਵਾਓ। ਜਦੋਂ ਆਪੇ PR ਲੈਣੀ ਮੁੜ ਕੇ ਪਾਸਪੋਰਟ ਨਹੀਂ ਮਿਲਣਾ, ਫੇਰ ਤੁਰੇ ਫਿਰਨਗੇ। ਇਹ ਤਾਂ ਕੁਛ ਦੇਖੋ ਜਿਹੜਾ ਮਾਮਲਾ ਚਰਚਿਤ ਹੋ ਜਾਂਦਾ ਹੈ। ਆ ਕੱਲ ਮਾਛੀਵਾੜੇ ਦੇ ਵਿੱਚੋਂ ਮਾਮਲਾ ਸਾਹਮਣੇ, ਮੈਂ ਨਾਂ ਨਹੀਂ ਲਊਂਗਾ ਪਿੰਡ ਦਾ ਕਿਸੇ ਪਰਿਵਾਰ ਦਾ, ਕਿਉਂਕਿ ਹਾਲੇ FIR ਹੋਈ ਆ, ਪੁਲਿਸ ਕੋਲ ਸ਼ਿਕਾਇਤ ਗਈ ਆ, ਉਸ ਤੋਂ ਬਾਅਦ ਚਲ ਜਾਂਚ ਹੋਏਗੀ ਕਿਹੜਾ ਸੱਚਾ ਕਿਹੜਾ ਝੂਠਾ। ਉੱਥੇ ਇਹ ਗੱਲ ਸਾਹਮਣੇ ਆਈ ਆ ਕਿ ਟੱਬਰ ਤੋਂ 20-25 ਲੱਖ ਰੁਪਈਆ ਵੀ ਲਵਾ ਲਿਆ ਕੁੜੀ ਨੇ। ਚਲੋ ਦੋਨੇ ਪੜ੍ਹਦੇ ਸਨ, ਸਾਥ ਹੋ ਗਿਆ, ਮੁੜ ਕੇ ਕੁੜੀ ਚਲ ਗਈ ਆ ਤੇ ਕੁੜੀ ਨੇ ਮੁੜ ਕੇ ਜਾ ਕੇ ਉਹਨਾਂ ਨੂੰ ਬੁਲਾਣਾ ਚਲਾਣਾ ਛੱਡ ਦਿੱਤਾ। ਤੇ ਉਹ ਦੋਸ਼ ਇਹ ਲਾ ਰਹੇ ਕਥਿਤ ਤੌਰ ਤੇ ਕਿ ਕੁੜੀ ਜਾ ਕੇ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਆ, ਤੇ ਉਹ ਗਾ ਮੁੰਡਾ ਜਿਹੜਾ ਉਹ ਸਾਨੂੰ ਧਮਕੀਆਂ ਦਿੰਦਾ ਕਿ ਖਬਰਦਾਰ ਜੇ ਤੁਸੀਂ ਇਹਨੂੰ ਟੈਲੀਫੋਨ ਵੀ ਕੀਤਾ ਤਾਂ ਤੁਸੀਂ ਉਹ ਜਿਹੇ ਜਿਹੜੇ ਪਰਿਵਾਰ ਹੈ ਉਹਨਾਂ ਦੀ ਵੀ ਬਾਹ ਫੜੋ ਨਾ। ਤੁਹਾਨੂੰ ਮਿਲਣ ਤੇ ਉੱਥੇ ਕਿੰਨੇ ਆਏ ਸੀਗੇ ਵਿਚਾਰੇ, ਤੁਸੀਂ 2-4 ਨਾਲ ਗੱਲ ਕਰਕੇ ਤੇ ਆਪਦਾ ਤੁਸੀਂ ਚਲੇ ਗਏ। ਉਹ ਹੁਣ ਬੰਦੇ ਕਿੱਧਰ ਜਾਣ, ਕਿਉਂਕਿ ਪੁਲਿਸ ਸ਼ਿਕਾਇਤ ਵੀ ਦਰਜ ਨਹੀਂ ਕਰ ਰਹੀ ਉਹਨਾਂ ਦੀ। ਬਿਲਕੁਲ ਦੱਸੋ ਕਿਉਂਕਿ ਪੁਲਿਸ ਵਾਸਤੇ ਰਫੜ ਬਣ ਜਾਂਦਾ ਹੈ ਨਾ, ਪੁਲਿਸ FIR ਕਰੂਗੀ, ਕੋਈ ਬੰਦਾ ਬਾਹਰ ਆ ਉਹਨੂੰ ਬੁਲਾਉਣਾ, ਇਨਵੈਸਟੀਗੇਸ਼ਨ 'ਚ ਸ਼ਾਮਲ ਕਰਨਾ ਬਹੁਤ ਵੱਡਾ ਪ੍ਰੋਸੀਜਰ ਬਣ ਜਾਂਦਾ ਹੈ। ਕਈ ਥਾਵਾਂ ਤੇ ਇਹੋ ਜਿਹਾ ਧੱਕਾ ਹੁੰਦਾ ਕਿ ਠੀਕ ਹੈ ਮੁੰਡੇ ਵਾਲਿਆਂ ਨੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਕੁੜੀ ਦੇ ਉੱਤੇ ਸਰਾਸਰ ਚੁਆਨੀ ਤੋਂ ਲੈ ਕੇ ਉਹਦੇ ਆਈਲੈਟਸ ਦੇ ਖਰਚਿਆਂ ਤੋਂ ਲੈ ਕੇ ਉਹਨੂੰ ਬਾਹਰ ਭੇਜਣ ਤੱਕ ਟਿਕਟਾਂ ਵੀ ਲਾਈਆਂ ਹੁੰਦੀਆਂ ਨੇ। ਸ਼ੋ ਅਪ ਕਰਨ ਵਾਸਤੇ ਜਿਹੜਾ ਬੈਂਕਟ ਹਾਲ ਜਾਂ ਮੈਰਿਜ ਪੈਲਸ ਆ ਨਾ, ਉਹਦੇ ਵੀ ਮੁੰਡੇ ਵਾਲੇ ਨੇ ਪੈਸੇ ਲਾਏ ਹੁੰਦੇ ਨੇ, ਔਰ ਕੁੜੀ ਨੂੰ ਕੱਪੜੇ ਤੱਕ ਬਣਾ ਕੇ ਦਿੱਤੇ ਹੁੰਦੇ ਨੇ। ਟਿਕਟ ਦਾ ਖਰਚਾ, ਜੇ ਮੁੰਡਾ ਕੁੜੀ ਬਾਹਰ ਗਏ ਰਹਿਣ ਸਹਿਣ ਘੁੰਮਣ ਫਿਰਨ ਗਏ, ਉਹ ਖਰਚਾ, ਇੱਥੋਂ ਤੱਕ ਕਿ ਜੇ ਕੁੜੀ ਦੀ ਟਿਕਟ ਵਾ ਉਹ ਖਰਚਾ, ਕੋਈ ਇਹੋ ਜਿਹਾ ਗਹਿਣਾ ਗੱਟਾ ਬਣਾਇਆ ਉਹ ਖਰਚਾ ਕੀਤਾ ਹੁੰਦਾ ਮੁੰਡੇ ਵਾਲਿਆਂ ਨੇ। ਪਰ ਸ਼ੋਅ ਅਪ ਕਰਨ ਵਾਸਤੇ ਜਿਹੜਾ ਉਹ ਕੁੜੀ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਵੀ ਅਸੀਂ ਕੁੜੀ ਵਾਲਿਆਂ ਨੇ ਕੀਤਾ, ਆਹ ਸਾਰਾ ਖਰਚਾ ਸਾਡੇ ਕੋਲ ਹੋਇਆ, ਇਹ ਜੈਨੂਇਨ ਮੈਰਿਜ ਹੈ। ਉਹਦੇ ਬਾਵਜੂਦ ਵੀ ਮੁੰਡੇ ਵਾਲਿਆਂ ਤੇ ਦਹੇਜ ਦੇ ਮੁਕੱਦਮੇ ਦਰਜ ਕਰਵਾ ਦਿੱਤੇ ਜਾਂਦੇ ਨੇ। ਮਨੀਸ਼ਾ ਗੁਲਾਟੀ ਜੀ ਨੂੰ ਰਿਕੁਐਸਟ ਕਰਨਾ ਚਾਹਾਂਗੇ ਕਿ ਇਹ ਅੱਜ ਦਾ ਕੰਮ ਨਹੀਂ, ਅੱਜ ਸੋਸ਼ਲ ਨੈਟਵਰਕ ਮੀਡੀਆ ਤੇ 4 ਦਿਨ ਦੀ ਚਾਂਦਨੀ ਫਿਰ ਪਈ ਅੰਧੇਰੀ ਰਾਤ। ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਜਿਹੜਾ ਸਿਸਟਮ ਬੜੇ ਲੰਮੇ ਸਮੇਂ ਤੋਂ ਚੱਲਦਾ, ਅਸੀਂ ਸ਼ੁਰੂ ਨਹੀਂ ਸੀ ਕਰਨਾ ਕਿਉਂਕਿ ਆਪਾਂ ਘੰਟਾ ਕਿਤੇ ਇਸ ਸਬਜੈਕਟ ਤੇ ਲਾ ਚੁੱਕੇ। ਅਸੀਂ ਘੈਂਟ ਹੁੰਦੇ ਹਾਂ, ਅਸੀਂ ਦਲੇਰ ਹੁੰਦੇ ਹਾਂ, ਅਸੀਂ ਸੂਰਮੇ ਹੁੰਦੇ ਹਾਂ, ਅਸੀਂ ਬਹਾਦਰ ਹੁੰਦੇ ਹਾਂ, ਅਸੀਂ ਬੜੇ ਅਣਖੀ ਹੁੰਦੇ ਹਾਂ। ਇਹ ਆਰਟੀਕਲ ਸੁਣਾਇਆ ਮੈਂ ਤੁਹਾਨੂੰ ਪਰਮਜੀਤ ਸਿੰਘ ਬਿਰਦੀ ਹੋਣਾ ਦਾ, ਉਹਨਾਂ ਨੇ ਭਿਉਂ ਕੇ ਮਾਰੀਆਂ ਨੇ
ਨਾ ਲਾਂਤੀ ਲੋਕਾਂ ਨੂੰ, ਬਸ਼ਰਮ ਲੋਕਾਂ ਨੂੰ, ਜਿਹੜੇ ਆਪਣੀ ਧੀ ਦਾ ਡੋਲਾ ਸਿਰਫ PR ਦੀ ਖਾਤਰ ਇਹੋ ਜਿਹੇ ਰਿਸ਼ਤੇ ਝੂਠੇ ਕਰਵਾ ਕੇ ਤੇ ਤੋੜ ਦਿੰਦੇ, ਜਾਂ ਧੀਏ ਕਰ ਐਸ਼। ਇਹ ਉਹਨਾਂ ਵਾਸਤੇ ਹੈ ਜਿਹੜੇ ਅਕਿਰਤ ਕੰਨ ਨੇ, ਜਿਹੜੇ ਚੰਗੇ ਨੇ ਉਹਨਾਂ ਵਾਸਤੇ ਨਹੀਂ। ਉਹਨਾਂ ਨੇ ਲੇਖ ਦੇ ਵਿੱਚ ਵੀ ਕਿਹਾ ਸੀ ਵੀ ਜਾ ਕਿੱਥੇ ਸਾਡੀ ਧੀ ਭੈਣ ਵੱਲ ਕੋਈ ਅੱਖ ਚੁੱਕ ਕੇ ਵੇਖਦੇ ਤੇ ਹਨੇਰੀਆਂ ਆ ਜਾਂਦੀਆਂ ਸੀ, ਕਿੱਥੇ ਅੱਜ ਦਾ ਮਾਂ-ਬਾਪ ਡੁਪਲੀਕੇਟ ਸ਼ਾਦੀਆਂ ਕਰਕੇ ਤੇ ਧੀ ਦਾ ਤੁਸੀਂ ਡੋਲਾ ਤੋੜ ਦਿੰਦੇ ਹੋ। ਤੇ ਫਿਰ ਧੀ ਇੱਥੇ ਆ ਗਈ, ਉਹਨੇ ਆਪਣੀ ਮਰਜ਼ੀ ਦਾ ਕਰਨੀ ਹੀ ਕਰਨੀ ਹੈ, ਕਿਉਂਕਿ ਤੁਸੀਂ ਆਪਣੀ ਮਰਜ਼ੀ ਨਾਲ ਉਹਦੀ ਸ਼ਾਦੀ ਕਰਵਾਤੀ, ਉਹਦੀ ਸਹਿਮਤੀ ਲਈ ਚਾਹੇ ਨਹੀਂ ਲਈ। ਫਿਰ ਉਹ ਇਹੋ ਜਿਹੇ ਮਾਤੜ ਪਰਿਵਾਰ ਦੀ ਮਿੰਟੂ ਜੀ ਹੁੰਦੀ ਆ ਲੜਕੀ, ਜਿਹਨੇ ਮੁੰਡੇ ਵਾਲਿਆਂ ਨੇ ਸਾਰਾ ਖਰਚਾ ਹੀ ਕਰ ਦਿੱਤਾ। ਉਹ ਇੱਥੇ ਆ ਕੇ ਵਿਚਾਰੀ ਮਿਹਨਤ ਕਰਦੀ, ਇੱਥੇ ਉਦੋਂ ਵੀ ਬਸ਼ਰਮ ਬੈਠੇ ਹੋਏ ਨੇ, ਉਦੋਂ ਵੀ ਗਾਂ ਲੰਗੇ ਹੋਏ ਅਕਿਰਤ ਘਣ ਬੈਠੇ ਹੋਏ ਨੇ ਕਿ ਉਹਨਾਂ ਕੋਲ ਭਾਂਡੇ ਇੱਕ ਦਿਨ ਮੰਜਵਾ ਕੇ ਦੂਜੇ ਦਿਨ ਕਹਿੰਦੇ ਅੱਜ ਤਾਂ ਤੇਰੀ ਟ੍ਰੇਨਿੰਗ ਹੋ ਗਈ, ਕੱਲ ਨੂੰ ਤੇਰੀ ਤਨਖਾਹ ਸ਼ੁਰੂ ਕਰਾਂਗੇ, ਅਗਲੇ ਦਿਨ ਜੀ ਤੁਹਾਡੀ ਵੈਕੰਸੀ ਖਤਮ, ਕਿਸੇ ਹੋਰ ਨੂੰ ਰੱਖਿਆ ਹੁੰਦਾ। ਐਡੇ ਅਕਿਰਤ ਘਣ ਬਸ਼ਰਮ ਤੇ ਕੰਜਰ ਲੋਕ ਇੱਥੇ ਵੀ ਬੈਠੇ ਨੇ ਇਹਨਾਂ ਧੀਆਂ ਦਾ ਸ਼ੋਸ਼ਣ ਕਰਨ ਵਾਸਤੇ। ਪਹਿਲਾਂ ਤਾਂ ਜਦੋਂ ਹਾਇਰ ਕਰਨਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਮ ਹੁੰਦਾ, ਕੋਈ ਚੰਗਾ ਹੋਊਗਾ, ਕੋਈ ਰੱਬ ਦਾ ਪੂਜਿਆ ਹੋਇਆ ਬੰਦਾ, ਤੇ ਮੈਂ ਕਹਿੰਦਾ ਠੀਕ ਹੈ, ਹੈਗੇ ਨੇ ਚੰਗੇ ਵੀ। ਇੱਕ ਸ਼ੋਸ਼ਣ ਉਹਨਾਂ ਨਾਲ ਉਹ ਬੜੇ ਬਸ਼ਰਮ ਵੇਖੇ ਨੇ ਹੈਗੇ ਨੇ। ਆ ਕੱਲ ਪਰਸੋਂ ਦੀ ਕਹਾਣੀ ਸੋਸ਼ਲ ਨੈਟਵਰਕ ਮੀਡੀਆ ਤੇ ਪਾਈ ਸੀ ਜੌਲ ਸਾਹਿਬ ਨੇ। ਦੂਜੀ, ਇੱਕ ਦਾ ਕੰਮ ਕਰਵਾ ਕੇ ਪੈਸੇ ਨਹੀਂ ਸਮੇਂ ਸਿਰ ਦੇਣੇ, ਜੇ ਦੇਣੇ ਵੀ ਆ ਤੇ ਉਹ ਅੱਧਿਓਂ ਵੀ ਅੱਧੇ ਦੇਣੇ ਆ। ਇੱਕ ਉਹਦੇ ਨਾਲ ਉਹ ਹੋ ਗਿਆ 8-10 ਘੰਟੇ ਉਹਨੇ ਕੰਮ ਕਰਨਾ, ਉਹਨੇ ਪੜ੍ਹਨਾ ਵੀ ਆ, ਉਹਨੇ ਆਪਣਾ ਸੈਗਮੈਂਟਾਂ ਵੀ ਤਿਆਰ ਕਰਨੀਆਂ ਨੇ, ਉਹਨੇ ਆਉਣਾ ਵੀ ਆ, ਬੱਸ ਦੀ ਵੇਟ ਵੀ ਕਰਨੀ ਆ, ਉਹਨੇ ਬੱਸ ਤੇ ਘਰ ਵੀ ਜਾਣਾ, ਉਹਨੇ ਘਰ ਜਾ ਕੇ ਆਪਣਾ ਰੈਸਟ ਵੀ ਕਰਨੀ ਹੈ। ਤੇ ਉੱਤੋਂ ਉਹ ਜਿਹੜਾ ਜਿਹਨੇ ਪੈਸੇ ਲਾਏ ਆ, ਕੰਟਰੈਕਟ ਮੈਰਿਜ ਕੀਤੀ ਹੈ, ਪਤਾ ਹੈ ਕਿ ਮੈਂ ਪੈਸੇ ਲਾਏ ਆ, ਸਾਡਾ ਝੂਠਾ ਵਿਆਹ ਆ, ਉਹਦੇ ਮਨ ਦੇ ਵਿੱਚ ਤੇ ਫਿਰ ਇਹ ਆਉਣਾ ਹੀ ਆਉਣਾ ਕਿ ਵਹਿਮ ਇਹ ਮੈਨੂੰ 8-10 ਘੰਟੇ ਕੰਮ ਨਹੀਂ ਫੋਨ ਨਹੀਂ ਕੀਤਾ, ਕਿਤੇ ਗਲਤ ਕੰਮ 'ਚ ਹੋਣੀ, ਕਿਸੇ ਹੋਰ ਨਾਲ ਹੋਣੀ ਹੈ। ਇੱਥੋਂ ਪੁਆੜੇ ਪੈਂਦੇ ਆ। ਜਿਸ ਮਕਾਨ ਦੀ ਨੀਂਹ ਖੋਖਲੀ ਆ, ਮਕਾਨ ਖੜੂਗਾ ਕਿਵੇਂ ਯਾਰ? ਉੱਤੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬੜੇ ਘੈਂਟ ਹੋਣੇ, ਬੜੇ ਯੋਧੇ ਹੋਣੇ, ਬੜੇ ਬਹਾਦਰ ਹੋਣੇ, ਬੜੇ ਅਣਖੀ ਕੌਮ ਆ। ਬੇੜਾ ਗਰਕ ਕਰਕੇ ਰੱਖ ਦਿੱਤਾ ਤੁਸੀਂ ਸਿਰਫ PR ਲੈਣ ਵਾਸਤੇ ਤੇ ਡਾਲਰਾਂ ਦੀ ਚਮਕ ਨਾਲ ਕੌਮ ਨੂੰ ਬਦਨਾਮ ਕਰਕੇ ਰੱਖ ਦਿੱਤਾ ਤੁਸੀਂ। ਲੋਕ ਮਸ਼ਕਰੀਆਂ ਕਰਦੇ ਤੁਹਾਡੀ ਕੌਮ ਨੂੰ। ਇਹ ਮਤ ਸੋਚਿਓ ਕਿ ਤੁਸੀਂ ਇਹ ਕੰਮ ਕੀਤੇ ਨੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀ ਤੋਏ ਨਹੀਂ ਹੋ ਰਹੀ, ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਵੀ ਤੁਹਾਡੀ ਤੋਏ ਹੋ ਰਹੀ ਆ। ਦੂਸਰੀਆਂ ਕਮਿਊਨਿਟੀ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਵੀ ਤੁਹਾਡੇ ਤੇ ਆਰਟੀਕਲ ਲਿਖਦਾ। ਫਿਰ ਕੱਲ੍ਹ ਨੂੰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਣੀ ਜਦੋਂ ਉਹਨਾਂ ਨੇ ਤੁਹਾਡੇ ਕਿਸੇ ਵੱਡ ਵਡੇਰੇ ਦਾ ਹਵਾਲਾ ਦਿੱਤਾ। ਇਹ ਤਾਂ ਅਣਖੀ ਸੀ, ਇਹ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਡੋਲੇ ਛਡਵਾ ਕੇ ਲਿਆਉਂਦੇ ਸੀ। ਆਪ ਅਸੀਂ ਨਕਲੀ ਵਿਆਹ ਕਰਕੇ ਧੀ ਦੇ ਡੋਲੇ ਤੋੜ ਲੱਗ ਪਿਆ। ਲਾਂਤੀ ਨਹੀਂ ਹੈ ਤੇ ਫਿਰ ਅਸੀਂ ਕੀ ਆ? ਉੱਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਹਦੇ ਸਾਹਮਣੇ ਲਾਵਾਂ ਫੇਰੇ ਲੈ ਕੇ ਤੇ ਧੀ ਨੂੰ ਤੋੜਦੇ ਆ। ਫੇਰ ਕਹਿਣਾ ਕਹਿੰਦੇ ਆ ਜੀ ਇਹੋ ਜਿਹੀਆਂ ਚਿੱਠੀਆਂ ਦਾ ਕੀ ਅਸਰ ਆ? ਐਕਸ਼ਨ ਲੈਣਾ ਤਾਂ ਸੌਲਿਡ ਲਵੋ। ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ, ਸੱਭਿਆਚਾਰ ਨਾਲ, ਆਪਣੀ ਜਿਹੜੀ ਤੁਹਾਡੀ ਪੁਰਾਣੀ ਕੋਈ ਪਰੰਪਰਾਵਾਂ ਸਿਖਾਓ। ਲੇਖਕ ਨੇ ਤਾਂ ਵੈਸੇ ਰਹਿੰਦੀ ਖੁੰਦੀ ਕਸਰ ਜਿਹੜੇ ਲੰਡੂ ਕਲਾਕਾਰ ਨੇ ਉਹਨਾਂ ਤੇ ਵੀ ਕੱਢੀ ਹੈ ਕਿ ਜੋ ਬੰਦੂਕ ਤੋਂ ਸਿਵਾਏ ਗੱਲ ਹੀ ਕੋਈ ਨਹੀਂ ਕਰਦੇ, ਵੈਲੀ ਤੇ ਪਤਾ ਨਹੀਂ ਕੀ ਬਣਾ ਪੇਸ਼ ਕਰਦੇ ਨੌਜਵਾਨਾਂ ਨੂੰ। ਫਿਰ ਇਹੋ ਹੀ ਕੁਝ ਹੋਣਾ, ਹੋਰ ਕੀ ਹੋਣਾ? ਉਹਨਾਂ ਸਕੂਲੇ ਥੋੜ੍ਹੀ ਜਾਣਾ, ਆਪਣੇ ਲੈਵਲ ਤੇ ਆਈਲੈਟ ਥੋੜ੍ਹੀ ਪਾਸ ਕਰਨੇ ਆ। ਸਰਕਾਰ ਤਾਂ ਕਹਿੰਦੀ ਤੁਸੀਂ ਸਾਡੇ ਨਿਯਮ ਪੂਰੇ ਕਰੋ, ਆ ਜਾਓ। ਕਿਸੇ ਵੀ ਜਾਤ, ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋ, ਸਾਡੀਆਂ ਸ਼ਰਤਾਂ ਪੂਰੀਆਂ ਕਰ ਦਿਓ, ਤੁਸੀਂ ਆ ਜਾਓ। ਆਪ ਪਾਪੜ ਵੇਲਣ ਦੀ ਲੋੜ ਹੀ ਨਹੀਂ। ਬਦਨਾਮ ਕਰਕੇ ਰੱਖ ਦਿੱਤਾ ਜਾ ਰਿਹਾ ਇਹਨਾਂ ਨੇ ਕੌਮ ਨੂੰ। ਬਹਾਦਰਾਂ ਦੀ ਕੌਮ, ਯੋਧਿਆਂ ਦੀ ਕੌਮ, ਅਣਖੀ ਕੌਮ, ਸੂਰਬੀਰਾਂ ਦੀ ਕੌਮ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਕੁਝ ਲੋਕਾਂ ਨੇ। ਇੰਨੇ ਬੇਸ਼ਰਮ ਨੇ। ਸਿਰਫ ਚੱਪਣੀ ਲੈ ਲਓ, ਹੁਣ ਪਾਣੀ ਉਹਨਾਂ ਕੁ ਪਾਇਓ ਕਿਤੇ ਉੱਥੋਂ ਆ ਜਾਣ, ਕਿਸੇ ਵੇਲੇ ਉੱਥੋਂ ਨਾਲ ਵੀ ਬੰਦਾ ਤੁਰਦਾ ਲੱਗਦਾ। ਬੇਸ਼ਰਮੋ, ਧੀਆਂ ਦੇ ਡੋਲੇ ਤੋੜਦੇ ਹੋ ਤੁਸੀਂ ਨਕਲੀ ਵਿਆਹ ਕਰਕੇ। ਉਹਨਾਂ ਵਾਸਤੇ ਕਹਿ ਰਹੇ, ਅਸਲੀਆਂ ਨੇ ਨਹੀਂ ਕਹਿ ਰਹੇ। ਤਪੇ ਪਏ ਅਸੀਂ, ਸਾਡੇ ਦੇਸ਼ ਨੂੰ ਤੁਸੀਂ ਬਦਨਾਮ ਕਰਕੇ ਰੱਖ ਦਿੱਤਾ। ਆਪ ਤੁਸੀਂ ਉੱਥੇ ਕੁਝ ਕਰਨ ਜੋਗੇ ਨਹੀਂ। FIR ਤੱਕ ਨਹੀਂ ਦਰਜ ਕਰਵਾ ਸਕਦੇ ਜੇ ਵਾਕਿਆ ਹੀ ਇਹ ਕੁੜੀ ਦੇ ਨਾਂ ਤੇ ਕਤਲ ਲੱਗਦਾ ਤੇ। ਕਿਉਂ ਮਿੰਟੂ ਜੀ? ਨਾ ਕਾਲਰ ਨੇ, ਦੇਖਦੇ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਚਾਵਲਾ ਸਾਹਿਬ, ਮਿੰਟੂ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ। ਚਾਵਲਾ ਸਾਹਿਬ ਬਹੁਤ ਜ਼ਿਆਦਾ ਕਲਪਦੇ ਤੁਸੀਂ, ਇੰਨਾ ਨਾ ਕਲਪੋ।
ਇਹਨਾਂ ਚੀਜ਼ਾਂ ਦਾ ਸੁਧਾਰ ਕਰਨਾ ਬਹੁਤ ਔਖਾ ਜੀ, ਪਰ ਕਲਪ ਤਾਂ ਸਕਦੇ ਆ ਨਾ। ਨਹੀਂ, ਤੇ ਇੰਨਾ ਕਲਪਣ ਦੀ ਲੋੜ ਨਹੀਂ ਹੈਗੀ, ਕਿਉਂਕਿ ਇਹਦਾ ਕੋਈ ਸੁਧਾਰ ਨਹੀਂ ਹੈਗਾ। ਦੂਜੀ ਗੱਲ ਆ ਜਿਹੜੀ ਤੁਸੀਂ ਕੰਟਰੈਕਟ ਮੈਰਿਜ ਦੀ ਗੱਲ ਕਰ, ਦੇਰ ਇਜ਼ ਨੋ ਸੱਚ ਸਿਸਟਮ। ਜੇ ਕੋਈ ਬੱਚਾ ਆ ਗਿਆ ਕਿਸੇ ਨਾਲ, ਠੀਕ ਹੈ, ਉਹਨੇ ਇੱਕ ਪਾਰਟੀ ਨੇ ਉਹਨੂੰ ਤੋੜ ਦਿੱਤਾ, ਖਰਚਾ ਬਰਚਾ ਦੇ ਦਿੱਤਾ, there is no binding that he have to bring the other part into Canada. That's legal matter. ਜਿਹੜੀ ਉਹ ਮੈਡਮ ਗੁਲਾਟੀ ਸਾਹਿਬ ਕੋ ਗੱਲ ਕਰਦੇ ਨੇ, I don't think she knows anything about the laws of Canada or India. ਨਹੀਂ ਤੇ ਏਦਾਂ ਦੀ ਗੱਲ ਕਰ ਹੀ ਨਹੀਂ ਸਕਦਾ ਕੋਈ, ਕਿਸੇ ਨੂੰ ਕੁਝ ਨਹੀਂ ਕਰ ਸਕਦਾ। ਤੁਸੀਂ ਪਹਿਲਾਂ ਇੱਕ ਗੱਲ ਕੀਤੀ ਸੋ ਕੋਈ ਬੰਦਾ ਆ ਗਿਆ ਇੱਥੇ ਤੇ ਇੱਥੋਂ ਪ੍ਰਾਈਮ ਮਿਨਿਸਟਰ ਨੇ ਕਿਸੇ ਨੂੰ ਵਾਪਸ ਭੇਜ ਸਕਦਾ, ਕਿਸੇ ਵਿਜ਼ਟਰ ਨੂੰ, ਪਰਮਿਟ ਤੇ ਆਏ ਬੰਦੇ ਨੂੰ ਕਿਸੇ ਨੇ ਕੀ ਭੇਜਣਾ। ਬਿਲਕੁਲ ਬਿਲਕੁਲ। ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੁੰਦੀਆਂ ਰਹਿਣੀਆਂ, ਹੁੰਦੀਆਂ ਆਈਆਂ ਨੇ, ਔਰ ਇਹਨਾਂ ਦਾ ਕੋਈ ਥਾਂ ਨਹੀਂ। ਲੋਕੀ ਚਲੋ ਕੈਨੇਡਾ ਆਉਣਾ ਚਾਹੁੰਦੇ ਆ, ਉਹ ਜਿਹੜਾ ਮਰਜ਼ੀ ਪੁੱਠਾ ਸਿੱਧਾ ਰਸਤਾ ਅਪਣਾਉਂਦੇ ਨੇ। ਇਹਨੂੰ ਆਪਾਂ ਸੁਧਾਰ ਨਹੀਂ ਸਕਦੇ, ਨਾ ਇਹਨੂੰ ਰੋਕ ਸਕਦੇ ਹਾਂ। ਇੱਕੋ ਹੀ ਗੱਲ ਹੈ ਕਿ ਜੇ ਕੋਈ ਦਿਆਨਤਦਾਰੀ ਹੈ, ਕੋਈ ਕਿਸੇ ਦਾ ਜ਼ਮੀਰ ਹੈ, ਕਿਸੇ ਦੀ ਵਿੱਚ ਓਨੈਸਟੀ ਹੈਗੀ ਹੈ ਵੀ ਚਲੋ ਜੇ ਆਪਾਂ ਕਿਸੇ ਨਾਲ ਕੋਈ ਗੱਲ ਕਰ ਲਈ ਹੈ ਤਾਂ ਉਹਨੂੰ ਸਿਰੇ ਚੜਾਓ। ਜੇ ਨਹੀਂ ਚੜਾਉਂਦੇ ਤੇ ਉਹਨੂੰ ਕੋਈ ਬਾਈਂਡਿੰਗ ਨਹੀਂ, ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ, ਉਹਦਾ ਕੱਖ ਨਹੀਂ ਕੋਈ ਵਿਗਾੜ ਸਕਦਾ। ਜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਔਰ ਆਖਰੀ ਮੇਰਾ ਕੁਐਸਚਨ ਹੈ, ਮਿੰਟੂ ਜੀ ਭਾਵੁਕ ਹੋ ਜਾਂਦੇ ਆ ਕਿਉਂਕਿ ਜਦੋਂ ਦੁੱਖ ਲੱਗਦਾ ਹੈ ਮੈਂ ਤਾਂ ਦੇਖੋ ਆਹੀ ਗੱਲ ਪਤੇ ਦੀ ਜਿਹੜੀ ਗੱਲ ਅਸੀਂ ਨਹੀਂ ਕਰਦੇ ਕਿ ਜਿਹੜਾ ਕੋਈ ਲਾਅ ਦੇ ਵਿੱਚ ਤੁਸੀਂ ਕਰ ਸਕਦੇ ਹੋ, ਇੰਡੀਅਨ ਲਾਅ ਦੇ ਮੁਤਾਬਕ ਉਹ ਕਰੋ ਤੁਸੀਂ ਕਰ ਲਓ ਨਾ। ਜਦੋਂ ਤੁਹਾਨੂੰ ਸਮੱਸਿਆ ਆ ਰਹੀ ਹੈ, ਕਿਉਂਕਿ ਦੋਨਾਂ ਦੇਸ਼ਾਂ ਦੇ ਲਾਅ ਇਕਸਾਰ ਨਹੀਂ ਹੁੰਦੇ, ਕਾਨੂੰਨ ਇਕਸਾਰ ਨਹੀਂ ਹੁੰਦੇ। ਕੈਨੇਡਾ ਦੀਆਂ ਆਪਣੀਆਂ ਪਾਲਿਸੀਆਂ ਨੇ, ਇਹਨਾਂ ਦੀਆਂ ਆਪਣੀਆਂ ਨੇ। ਕਿ ਜਦ ਤੁਸੀਂ ਮੈਰਿਜ ਇੱਥੇ ਰਜਿਸਟਰਡ ਕਰ ਰਹੇ ਹੋ, ਤੁਹਾਨੂੰ ਲੱਗ ਰਿਹਾ ਹੈ ਕਿ ਹਾਂਜੀ ਇਹ ਸਭ ਕੁਛ ਹੈ, ਅੱਜ ਕੱਲ੍ਹ ਚੱਲ ਰਿਹਾ, ਤੁਸੀਂ ਉਸ ਟਾਈਮ ਏਦਾਂ ਦਾ ਕਰ ਸਕਦੇ ਹੋ। ਕਿਸੇ ਤੋਂ ਕੋਈ ਐਫੀਡੈਵਿਟ ਆਪਣੇ ਪੱਧਰ ਤੇ ਸਵੈ ਘੋਸ਼ਣਾ ਪੱਤਰ ਲੈ ਸਕਦੇ ਹੋ ਕਿ ਭਾਈ ਕੱਲ ਨੂੰ ਜੇ ਕੋਈ ਗੱਲ ਹੁੰਦੀ ਹੈ, ਜੇਕਰ ਤੂੰ ਵਿਦੇਸ਼ ਜਾਂਦਾ ਹੈ, ਤੁਹਾਡੀ ਕੋਈ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਆਟੀ ਸਾਟੀ ਹੋਈ, ਇੱਕ ਧਿਰ ਨੇ ਪਰਚਾ ਦਰਜ ਕਰਾਇਆ, ਤਾਂ ਅਸੀਂ ਐਕਸ਼ਨ ਲਵਾਂਗੇ ਤੁਹਾਡੇ ਦੇ ਨਾਲ ਇਨਵੈਸਟੀਗੇਸ਼ਨ ਚ। ਸਹੀ ਹੈ, ਉਹ ਚੀਜ਼ ਬਿਲਕੁਲ ਇਹਨਾਂ ਦੀ ਗੱਲ ਸਰਦੀ ਠੀਕ ਆ ਕਿ ਲਾਅ ਦੇ ਮੁਤਾਬਕ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਔਖੀਆਂ ਹੋ ਜਾਣਗੀਆਂ। ਉਹਦੇ ਲਈ ਤੁਸੀਂ ਅਮੈਂਡਮੈਂਟ ਕਰ ਸਕਦੇ ਹੋ। ਇੰਨਾ ਰੌਲਾ ਪਾ ਰਹੇ ਹੋ ਤਾਂ ਫਿਰ ਅਮੈਂਡਮੈਂਟ ਕਰ ਲਓ ਜਿੱਥੇ ਜਿੱਥੇ ਵੀ ਕਰ ਸਕਦੇ ਹੋ। ਜੋ ਵੈਸੇ ਤੇ ਕਦੇ ਇਹ ਚੀਜ਼ਾਂ ਰੁਕਦੀਆਂ ਨਹੀਂ ਹੈ, ਜਿੰਨੇ ਮਰਜ਼ੀ ਕਾਨੂੰਨ ਸਖਤ ਬਣਾ ਲਓ, ਪਰ ਉਹਦੇ ਚ ਕੀ ਹੈ ਕਿ ਇੱਕ ਡਰ ਰਹਿ ਜਾਂਦਾ ਹੈ। ਡਰ ਤਾਂ ਵੈਸੇ ਕੁਦਰਤ ਦਾ ਹੋਣਾ ਚਾਹੀਦਾ, ਪ੍ਰਮਾਤਮਾ ਦਾ ਹੋਣਾ ਚਾਹੀਦਾ। ਬੰਦੇ ਨੂੰ ਜੇ ਤਾਂ ਜ਼ਬਾਨ ਕਰ ਲਈ ਆ, ਉਹਦੇ ਤੇ ਖਰੇ ਉਤਰਨ ਦੀ ਜ਼ਰੂਰਤ ਹੁੰਦੀ ਆ, ਕਿਉਂਕਿ ਜ਼ਬਾਨ ਕਾਂਟਰੈਕਟ ਵੀ ਜੇ ਤੁਸੀਂ ਕਹਿੰਦੇ ਹੋ ਨਾ ਕਿ ਕਾਂਟਰੈਕਟ ਕਰਾ ਕੇ ਆਉਂਦੇ ਨੇ, ਤਾਂ ਕਾਂਟਰੈਕਟ ਵੀ ਇੱਕ ਆਪਣੇ ਆਪ ਜ਼ੁਬਾਨ ਹੁੰਦੀ ਹੈ। ਤੁਸੀਂ ਮੇਰੇ ਨਾਲ ਕੋਈ ਕਾਂਟਰੈਕਟ ਕਰ ਲਿਆ ਕਿ ਤੂੰ ਮੇਰੇ ਲਈ ਯਾਰ ਆਹ ਚੀਜ਼ ਲਿਖ ਕੇ ਦੇਣੀ ਹੈ, ਤਾਂ ਇੱਕ ਜ਼ੁਬਾਨ ਆ। ਮੈਂ ਤੁਹਾਨੂੰ ਜ਼ਬਾਨ ਹੀ ਕੀ ਹੋ ਗਿਆ ਜੀ ਜੀ ਹਾਂਜੀ। ਤੇ ਵਿਆਹ ਤਾਂ ਜਿਹੜਾ ਹੈ ਹੀ ਕਹਿੰਦੇ ਆ ਕਿ ਇੱਕ ਸਮਾਜਿਕ ਸਮਝੌਤਾ ਹੈ। ਰਿਸ਼ਤਾ ਹੁਣ ਜੇ ਆਪਾਂ ਕਾਗਜ਼ ਦੀ ਬੇੜੀ ਤੇ ਅੱਗ ਮਲਾ ਲਾ ਦੇਾਂਗੇ ਤਾਂ ਕਦੇ ਵੀ ਪਾਰ ਨਹੀਂ ਹੋਣੀ ਜੀ। ਸਮਝਦੇ ਹੋ ਨਾ, ਰਿਸ਼ਤੇ ਕਾਗਜ਼ ਦੀ ਬੇੜੀ ਵਰਗੇ ਹੁੰਦੇ ਆ। ਲਾਲਚ ਅੱਗ ਦਾ ਮਲਾ ਹੈ, ਛੱਡ ਦੂਗਾ। ਔਰ ਲਾਲਚ ਨਾ ਕਰੋ। ਜੇ ਲੱਗਦਾ ਕਿ ਸਾਡਾ ਮੇਚ ਨਹੀਂ ਹੈ ਜਾਂ ਨਹੀਂ, ਛੱਡ ਦਿਓ। ਕਬੀਰ ਜੀ ਨੇ ਕਿਹਾ ਕਾਰਜ 3.5 ਹੱਥ ਨਹੀਂ ਤਾਂ ਪੌਣੇ 4। ਠੀਕ ਹੈ ਨਾ। ਅੰਤ ਨੂੰ ਸਾਨੂੰ ਕੀ 3.5 ਥਾਂ ਚਾਹੀਦੀ ਹੈ, ਡਾਲਰ ਨਹੀਂ ਜਾਣ ਜੋਗੇ। ਬਿਲਕੁਲ ਬਿਲਕੁਲ ਬਿਲਕੁਲ। ਇੱਥੇ ਇਸ ਤਰ੍ਹਾਂ ਦੀ ਬਦਨਾਮੀ ਜਾਂ ਇਸ ਤਰ੍ਹਾਂ ਦਾ ਬੇਵਸਾਈ ਵਾਲਾ ਜਿਹੜਾ ਪੰਜਾਬੀ ਕਮਿਊਨਿਟੀ 'ਚ ਕੰਮ ਮਾੜਾ ਹੈ। ਮੇਰਾ ਮੰਨਣਾ ਇਹ ਆ ਕਿ ਜਿੱਥੇ ਵੀ ਸਰਕਾਰ ਐਕਸ਼ਨ ਕਰਦੀ ਉੱਥੇ ਸਰਕਾਰ ਨੂੰ ਕਰਨਾ ਚਾਹੀਦਾ ਹੈ, ਜਿੱਥੇ ਜ਼ਰੂਰਤ ਹੈ ਉਹ ਕਰਨ। ਤੇ ਜਿੱਥੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸੇ ਤੋਂ ਪੈਸਾ ਲਵਾ ਲਿਆ, ਜਾਂ ਤਾਂ ਅਸੀਂ ਉਦੋਂ ਸੋਚ ਲਈਏ ਕਿ ਮੁੰਡਾ ਭਾਈ ਮੇਰੇ ਹਾਨ ਪ੍ਰਵਾਨ ਦਾ ਨਹੀਂ ਹੈ, ਮੇਰੀ ਨਹੀਂ ਜੰਮਦੀ, ਉਦੋਂ ਸੋਚਣਾ ਚਾਹੀਦਾ, ਕਿਉਂਕਿ ਰਿਸ਼ਤਿਆਂ ਦੀ ਘਾਟ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਜੇ ਅਸੀਂ ਕਿਸੇ ਜ਼ੁਬਾਨ 'ਚ ਆ ਗਏ ਆ, ਫਿਰ ਉਹ ਨਿਭਣਾ ਚਾਹੀਦਾ। ਮੇਰਾ ਤੇ ਇਹ ਮੰਨਣਾ ਹੈ। ਜੀ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸ਼ੁਕਰੀਆ, ਸਤਿ ਸ਼੍ਰੀ ਅਕਾਲ, ਕੱਲ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।